ਅੰਮ੍ਰਿਤਧਾਰੀ ਜਿਹੜਾ ਸਿੰਘ ਹੈ ਜਾਂ ਸਿੰਘਣੀ ਹੈ, ਬੀਬੀ ਹੈ, ਕੋਈ ਵੀ ਹੈ, ਕਿਉਂਕਿ ਇਹ ਇੱਦਾਂ ਦਾ ਮਜ਼ਹਬ ਜਾਂ ਇੱਦਾਂ ਦਾ ਫਿਰਕਾ ਨਹੀਂ ਵੀ ਜਿਹਦੇ ਵਿੱਚ ਪੁਰਸ਼ ਨੂੰ ਜ਼ਿਆਦਾ ਹੱਕ ਨੇ ਅਤੇ ਔਰਤ ਨੂੰ ਹੱਕ ਨਹੀਂ ਨੇ। ਇਹ ਦੋਵਾਂ ਨੂੰ ਬਰਾਬਰ ਦੇ ਹੱਕ ਨੇ। ਅੰਮ੍ਰਿਤ ਸੰਚਾਰ ਉਹਦੇ ਵਿੱਚ ਬੀਬੀ ਵੀ ਹਿੱਸਾ ਲੈ ਸਕਦੀ ਹੈ, ਪੁਰਸ਼ ਵੀ ਹਿੱਸਾ ਲੈ ਸਕਦਾ ਹੈ, ਪਰ ਉਹਨਾਂ ਦੇ ਲਈ ਜਿਹੜੇ ਨਿਯਮ ਨੇ ਉਹ ਵੀ ਸਾਂਝੇ ਹੀ ਨੇ। ਇਹ ਨਹੀਂ ਵੀ ਬੀਬੀਆਂ ਨੂੰ ਕਿਸੇ ਹੋਰ ਤਰੀਕੇ ਨਾਲ ਅੰਮ੍ਰਿਤ ਛਕਾਇਆ ਜਾਵੇਗਾ ਅਤੇ ਬੰਦਿਆਂ ਨੂੰ ਕਿਸੇ ਹੋਰ ਤਰੀਕੇ ਨਾਲ ਅੰਮ੍ਰਿਤ ਛਕਾਇਆ ਜਾਵੇਗਾ। ਵਿਧਾਨ ਉਹਨਾਂ ਲਈ ਵੀ ਇੱਕ ਹੈ, ਪਰ ਉਹਦੇ ਵਿੱਚੋਂ ਇਹ ਜਿਹੜਾ ਉਪਦੇਸ਼ ਹੈ ਲਗਭਗ 5 ਪਿਆਰੇ ਸਾਹਿਬਾਨ ਦੇ ਵੱਲੋਂ ਕੀਤਾ ਜਾਂਦਾ ਹੈ ਅੰਮ੍ਰਿਤ ਸੰਚਾਰ ਦੇ ਵੇਲੇ। ਅਤੇ 5 ਕਕਾਰਾਂ ਦਾ ਧਾਰਨੀ ਜਿਹੜਾ ਗੁਰਸਿੱਖ ਹੈ, ਸਿੰਘ ਸਜਿਆ ਹੋਇਆ ਹੈ, ਉਹਦੇ ਲਈ ਇਹ 5 ਕਕਾਰ ਜ਼ਰੂਰੀ ਨੇ। ਇਹ 5 ਕਕਾਰ ਸਾਡੇ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ, ਇਹ ਸਾਡੇ 5 ਕਕਾਰ ਨੇ। ਕਕਾਰ ਦਾ ਮਤਲਬ ਇੰਨਾ ਹੈ ਉਹ 5 ਚੀਜ਼ਾਂ ਜਿਨ੍ਹਾਂ ਦਾ ਪਹਿਲਾ ਅੱਖਰ ਕੱਕਾ ਹੈ। ਪੰਜਾਬੀ ਦਾ ਕੱਕਾ ਹੈ, ਤੁਸੀਂ ਵੇਖੋਗੇ ਕੇਸ ਕੱਕੇ ਤੋਂ, ਕੰਘਾ ਕੱਕੇ ਤੋਂ, ਕੜਾ ਕੱਕੇ ਤੋਂ, ਇਹ ਸਾਰੇ ਅੱਖਰ ਜਿਹੜੇ, ਇਹ ਸਾਰੇ ਜਿਹੜੇ ਕਕਾਰ ਨੇ ਇਹ ਪੰਜਾਬੀ ਦੇ ਕੱਕਾ ਅੱਖਰ ਤੋਂ ਸ਼ੁਰੂ ਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਕਕਾਰ ਕਿਹਾ ਜਾਂਦਾ ਹੈ। ਹੁਣ ਜਦੋਂ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਵੇਖਦੇ ਹਾਂ ਤੇ 4 ਕਕਾਰ ਉਹ ਨੇ ਜਿਹੜੇ ਅਸੀਂ ਬਾਹਰੋਂ ਪ੍ਰਾਪਤ ਕਰਦੇ ਹਾਂ। ਜਿੱਦਾਂ ਕੜਾ ਹੈ, ਸਾਨੂੰ ਬਾਹਰੋਂ ਮਿਲਿਆ ਹੋਇਆ ਹੈ। ਕਿਰਪਾਨ ਹੈ, ਕੰਘਾ ਹੈ, ਕਛਹਿਰਾ ਹੈ, ਇਹ ਸਾਨੂੰ ਬਾਹਰੋਂ ਮਿਲਿਆ ਹੋਇਆ ਹੈ। ਪਰ ਜਿਹੜੇ ਸਾਡੇ ਸਿਰ ਦੇ ਕੇਸ ਨੇ ਇਹ ਸਾਨੂੰ ਬਾਹਰੋਂ ਨਹੀਂ ਮਿਲੇ ਹੋਏ, ਇਹ ਸਾਨੂੰ ਕੁਦਰਤੀ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਬਖਸ਼ਿਸ਼ ਹੋਏ ਨੇ। ਔਰ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੋ, ਜਨਮ ਤੋਂ ਲੈ ਕੇ ਤੇ ਬੰਦੇ ਦੇ ਜਿੰਨੀ ਵੀ ਜ਼ਿੰਦਗੀ ਹੈ, ਬੰਦਾ ਆਪਣੇ ਵੱਲੋਂ ਕਿੰਨੀ ਵਾਰ ਵੀ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੇ, ਇਹ ਫਿਰ ਆ ਜਾਂਦੇ ਨੇ। ਮੈਂ ਬੇਨਤੀ ਕਰ ਦੇਵਾਂ, ਸਰੀਰ ਦੇ ਬੜੇ ਅੰਗ ਇੱਦਾਂ ਦੇ ਨੇ, ਇੱਕ ਵਾਰ ਕੱਟੇ ਜਾਣ ਤੇ ਦੁਬਾਰਾ ਨਹੀਂ ਵਾਪਸ ਆਪਣੇ ਆਪ ਉੱਗਦੇ। ਕਈਆਂ ਨੂੰ ਅਸੀਂ ਵੇਖਿਆ ਹੋਵੇਗਾ ਕਿਸੇ ਐਕਸੀਡੈਂਟ ਦੇ ਕਰਕੇ ਉਂਗਲਾਂ ਕੱਟੀਆਂ ਗਈਆਂ, ਸਰੀਰ ਦਾ ਕੁਝ ਹਿੱਸਾ ਕੱਟਿਆ ਗਿਆ, ਦੁਬਾਰਾ ਨਹੀਂ ਹੋਇਆ, ਉੱਥੇ ਰਹਿ ਗਿਆ। ਪਰ ਕੇਸਾਂ ਦੇ ਵਿੱਚ ਏਡੀ ਖਾਸੀਅਤ ਮਾਲਕ ਦੇ ਵੱਲੋਂ ਕੀ ਹੈ ਵੀ ਇਹਨੂੰ ਬੰਦਾ ਕਟਾਉਂਦਾ ਹੈ ਤੇ ਇਹ ਵਾਰ-ਵਾਰ ਸਾਹਮਣੇ ਆ ਜਾਂਦੇ ਨੇ। ਔਰ ਆਪ ਜੀ ਦੇ ਨਾਲ ਸਾਨੂੰ ਤੇ ਮਹਾਰਾਜ ਨੇ ਨਾ ਇਹ ਪਾਸਾ ਬਖਸ਼ਿਆ ਹੈ ਵੀ ਇਹਨਾਂ ਦੀ ਅਸੀਂ ਸੰਭਾਲ ਕਰਨੀ ਹੈ। ਨਾ ਤੇ ਅਸੀਂ ਧੱਕੇ ਨਾਲ ਉਗਾ ਸਕਦੇ ਹਾਂ ਇਹਨਾਂ ਨੂੰ, ਜਿਨ੍ਹਾਂ ਦੇ ਵੇਖੋ ਨਹੀਂ ਵੱਡੇ ਹੁੰਦੇ ਜਾਂ ਉੱਗਦੇ ਨਹੀਂ ਨੇ, ਉਹਨਾਂ ਵਿਚਾਰਿਆਂ ਨੂੰ ਕਿੰਨੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ, ਕਿੰਨਾ ਔਖਾ ਹੁੰਦੇ ਨੇ ਵਿਚਾਰੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਤੇ ਸੰਘਣੇ ਹੋ ਜਾਣ, ਕਈਆਂ ਦੇ ਨਹੀਂ ਹੁੰਦੇ। ਆਪਣੇ ਧੱਕੇ ਨਾਲ ਅਸੀਂ ਇਹਨਾਂ ਨੂੰ ਉਗਾ ਵੀ ਨਹੀਂ ਸਕਦੇ। ਅਤੇ ਜਿਹੜਾ ਅੰਮ੍ਰਿਤਧਾਰੀ ਹੈ, ਸਿੰਘ ਪਦਵੀ ਹੈ, ਸਾਡੇ ਪਰਿਵਾਰਾਂ ਦੇ ਵਿੱਚ ਇਹ ਵਿਧਾਨ ਹੋਣਾ ਚਾਹੀਦਾ ਹੈ। ਆਪਣੀ ਮਰਜ਼ੀ ਦੇ ਨਾਲ ਅਸੀਂ ਇਹਨਾਂ ਦੀ ਬੇਅਦਬੀ ਵੀ ਨਹੀਂ ਕਰ ਸਕਦੇ, ਇਹਨਾਂ ਨੂੰ ਕਟਾ ਵੀ ਨਹੀਂ ਸਕਦੇ ਆਪਣੀ ਮਰਜ਼ੀ ਦੇ ਨਾਲ। ਔਰ ਵੇਖੋ ਸਾਡੇ ਵਿਧਾਨ ਦੇ ਵਿੱਚ ਮੈਂ ਆਪ ਜੀ ਦੇ ਅੱਗੇ ਗੱਲ ਰੱਖਾਂਗਾ, ਇੱਕ ਕੇਸਾਂ ਨੂੰ ਕਿਹਾ ਜਾਂਦਾ ਹੈ ਕੇਸ ਗੁਰੂ ਦੀ ਮੋਹਰ ਨੇ। ਮੋਹਰ ਦਾ ਮਤਲਬ ਹੁੰਦਾ ਹੈ ਸਟੈਂਪ। ਜਿੱਦਾਂ ਕਿਸੇ ਬੰਦੇ ਨੇ ਸਿਗਨੇਚਰ ਕਰਨੇ ਹੋਣ ਤੇ ਸਿਗਨੇਚਰ ਕਰਨ ਤੋਂ ਬਾਅਦ ਉਹਦੀ ਸਟੈਂਪ ਲੱਗ ਜਾਂਦੀ ਹੈ। ਸਿਗਨੇਚਰ ਤਾਂ ਕੋਈ ਵੀ ਕਰ ਸਕਦਾ ਹੈ, ਵੈਲਿਊ ਸਟੈਂਪ ਦੀ ਹੈ ਵੀ ਸਟੈਂਪ ਲੱਗ ਗਈ ਹੈ, ਹਾਂ ਉਸ ਅਹੁਦੇ ਦੀ ਸਟੈਂਪ ਲੱਗ ਗਈ ਹੈ ਜਿਹਦੀ ਅਸੀਂ ਸਟੈਂਪ ਲਵਾਉਣ ਆਏ ਸੀ। ਹੁਣ ਮਹਾਰਾਜ ਕਹਿੰਦੇ ਵੀ ਤੁਹਾਨੂੰ ਜਾਂ ਪੰਥ ਨੇ ਸਾਨੂੰ ਇਹ ਵਿਧਾਨ ਬਖਸ਼ਿਆ ਵੀ ਵੇਖਣ ਨੂੰ ਇੰਝ ਲੱਗਦਾ ਵੀ ਜਿਹੜੇ ਤੁਹਾਡੇ ਕੇਸ ਨੇ ਉਹ ਤੁਹਾਡੇ ਨੇ, ਪਰ ਅਸਲ ਦੇ ਵਿੱਚ ਤੁਹਾਡੇ ਨਹੀਂ ਨੇ। ਇਹ ਮੇਰੇ ਕੋਲ, ਸਾਡੇ ਕੋਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਮਾਨਤ ਪਈ ਹੋਈ ਹੈ। ਇਹ ਜਿੱਦਾਂ ਮੈਨੂੰ ਕੋਈ ਆਪਣੀ ਮੋਹਰ ਦੇ ਕੇ ਚਲਾ ਗਿਆ ਹੈ ਵੀ ਆਹ ਸਟੈਂਪ ਮੇਰੀ ਤੇਰੇ ਕੋਲ ਪਈ ਹੋਈ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਬੱਚਿਆਂ ਨੂੰ ਆਪਣੀ ਇਹ ਅਮਾਨਤ ਦੇ ਕੇ ਗਏ ਨੇ ਵੀ ਇਹਨੂੰ ਸੰਭਾਲ ਕੇ ਰੱਖਣਾ ਹੈ। ਕਿਸੇ ਦੀ ਬਖਸ਼ਿਸ਼ ਕੀਤੀ ਹੋਈ ਅਮਾਨਤ ਨੂੰ ਕੋਈ ਬੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਗਾੜਦਾ ਫਿਰੇ ਤੇ ਅਸੀਂ ਕੀ ਕਵਾਂਗੇ, ਭਾਈ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਚੀਜ਼ਾਂ ਬਖਸ਼ ਕੇ ਗਿਆ ਤੇ ਅਸੀਂ ਉਹਦੀ ਬੇਅਦਬੀ ਕਰਦੇ ਫਿਰੀਏ? ਨਹੀਂ, ਇਹ ਸਾਡਾ ਵਿਧਾਨ ਨਹੀਂ ਹੈ। ਇਸ ਕਰਕੇ ਸਾਡੇ ਕਕਾਰਾਂ ਦੇ ਵਿੱਚ ਜਿਹੜਾ ਪਹਿਲਾ ਹੀ ਕਕਾਰ ਹੈ ਸਾਡਾ, ਉਹ ਹੈ ਸਾਡੇ ਕੇਸ। ਔਰ ਇਹਨਾਂ ਨੂੰ ਅਸੀਂ ਸੰਭਾਲਦੇ ਹਾਂ, ਨਾ ਤੇ ਅਸੀਂ ਧੱਕੇ ਨਾਲ ਲੰਮੇ ਕਰਦੇ ਹਾਂ ਤੇ ਨਾ ਹੀ ਅਸੀਂ ਇਹਨਾਂ ਨੂੰ ਛੋਟੇ ਕਰਦੇ ਹਾਂ। ਇਹ ਦੋ ਪਾਸੇ ਨੇ।
ਦੋ ਤਰੀਕਿਆਂ ਦੇ ਲੋਕ ਹਿੰਦੁਸਤਾਨ ਦੇ ਵਿੱਚ ਰਹਿੰਦੇ ਰਹੇ ਨੇ। ਸਾਧੂ ਲੋਕ ਜਿਹੜੇ ਹੁੰਦੇ ਸੀ, ਆਪਾਂ ਪਿੱਛੇ ਵੀ ਇਸ ਗੱਲ ਨੂੰ ਵਿਚਾਰਿਆ ਹੈ, ਮੈਂ ਸੰਖੇਪ ਕਰਾਂਗਾ। ਇੱਕ ਉਹ ਸੀ ਜਿਹੜੇ ਬਿਲਕੁਲ ਹੀ ਰੋਡੇ ਹੋ ਜਾਂਦੇ ਸੀ, ਬਿਲਕੁਲ ਹੀ ਸਿਰ ਗੰਜਾ ਕਰਾ ਲੈਂਦੇ ਹੁੰਦੇ ਸੀ। ਇੱਕ ਉਹ ਹੁੰਦੇ ਸੀ, ਤੁਸੀਂ ਵੇਖਿਆ ਹੋਵੇਗਾ ਉਹਨਾਂ ਸਾਧੂਆਂ ਨੂੰ, ਬਿਲਕੁਲ ਸਿਰ ਤੋਂ ਸਾਫ਼। ਦੂਜੇ ਉਹ ਸੀ ਜਿਹੜੇ ਇਹਨਾਂ ਨੂੰ ਵਾਹੁੰਦੇ ਹੀ ਨਹੀਂ ਸੀ ਹੁੰਦੇ, ਉਹਨਾਂ ਦੇ ਕੇਸ ਤੇ ਹੁੰਦੇ ਸੀ ਪਰ ਜਟਾਵਾਂ ਬਣ ਜਾਂਦੀਆਂ ਹੁੰਦੀਆਂ ਸੀ। ਤੁਸੀਂ ਅਜੇ ਵੀ ਵੇਖੋਗੇ ਕਿੰਨੇ ਸਾਧੂ ਨੇ ਉਹ ਕੇਸਾਂ ਨੂੰ ਵਾਹੁੰਦੇ ਨਹੀਂ ਨੇ। ਹੁਣ ਨਾ ਤੇ ਅਸੀਂ ਇੱਦਾਂ ਦੇ ਹਾਂ ਵੀ ਇਹਨਾਂ ਨੂੰ ਰੋਡੇ ਕਰ ਲੈਣਾ ਹੈ, ਵੀ ਸਿਰ ਗੰਜਾ ਕਰ ਲੈਣਾ ਹੈ। ਔਰ ਕੇਸ ਕਤਲ ਕਰਾਉਣ ਦਾ, ਸਿਰ ਗੰਜਾ ਕਰਾਉਣ ਦਾ ਮਤਲਬ ਇਹ ਸੀ ਵੀ ਬੰਦਾ ਸੰਸਾਰ ਤੋਂ ਵਿਰਖਤ ਹੋ ਗਿਆ ਹੈ। ਬਹੁਤਾ ਦੁੱਖ ਵਾਪਰਦਾ ਹੋਵੇ ਨਾ ਤੇ ਫਿਰ ਕੇਸਾਂ ਨੂੰ ਸਿਰ ਤੋਂ ਮੁੰਨਿਆ ਜਾਂਦਾ ਸੀ। ਆਪ ਜੀ ਨੇ, ਮੈਂ ਥੋੜ੍ਹੇ ਦਿਨ ਪਹਿਲਾਂ ਹੀ ਇਸ ਗੱਲ ਨੂੰ ਵਿਚਾਰਿਆ ਹੈ, ਜਿਹਦੇ ਵਿੱਚ ਵੇਖੋ ਵੀ ਕੋਈ ਪ੍ਰਾਣੀ ਦੇ ਘਰ ਦੇ ਵਿੱਚ ਚੜ੍ਹਾਈ ਕਰ ਜਾਂਦਾ ਸੀ ਤੇ ਉਹਦੇ ਜਿਹੜੇ ਲੜਕੇ ਹੁੰਦੇ ਸੀ ਉਹਨਾਂ ਦੇ ਸਿਰ ਦੇ ਕੇਸ ਕੱਟ ਦਿੱਤੇ ਜਾਂਦੇ ਸੀ। ਉਹਦਾ ਮਤਲਬ ਕੀ ਸੀ ਵੀ ਕੋਈ ਚੜ੍ਹਾਈ ਕਰ ਗਿਆ ਹੈ ਇਹਦੇ ਘਰ ਦੇ ਵਿੱਚ। ਫਿਰ ਮੈਂ ਇਹ ਵੀ ਦੱਸਾਂਗਾ ਵੀ ਇਹ ਟਰੈਂਡ ਦੇ ਵਿੱਚ ਕਿੱਦਾਂ ਆਇਆ। ਪਹਿਲਾਂ ਸਾਰੇ ਜਿਹੜੇ ਸੀ ਉਹ ਸਿਰ ਦੇ ਉੱਤੇ ਕੇਸ ਸਜਾਉਂਦੇ, ਸਿਰ ਸਾਰਿਆਂ ਦੇ ਉੱਤੇ ਕੇਸ ਹੈ ਸੀ, ਰੱਖਦੇ ਹੁੰਦੇ ਸੀ ਸਾਰੇ, ਭਾਵੇਂ ਕੋਈ ਵੀ ਹੋਵੇ ਰੱਖਦੇ ਹੁੰਦੇ ਸੀ। ਫਿਰ ਦੂਜੇ ਨੰਬਰ ਦੇ ਉੱਤੇ ਕਿਸੇ ਨੇ ਸੰਸਾਰ ਛੱਡਣਾ ਹੈ ਤੇ ਉਹ ਰੋਡਾ ਹੋ ਜਾਂਦਾ ਹੁੰਦਾ ਸੀ ਸਿਰ ਤੋਂ ਵੀ ਮੈਂ ਕੇਸ ਨਹੀਂ ਰੱਖਣੇ। ਹੁਣ ਇੱਕ ਗੱਲ ਇਹ ਹੈ, ਆਪ ਜੀ ਨੇ ਜਿਹੜੀ ਮੈਂ ਆਪ ਜੀ ਦੇ ਅੱਗੇ ਰੱਖਣੀ ਹੈ, 27 ਦਸੰਬਰ ਤੇ 1963 ਦੀ ਇਹ ਘਟਨਾ ਹੈ, ਕਸ਼ਮੀਰ ਦੀ ਘਟਨਾ ਹੈ। ਤੇ ਸ਼ਮਸ਼ੂਦੀਨ ਉਸ ਵੇਲੇ ਕਸ਼ਮੀਰ ਦਾ ਮੁੱਖ ਮੰਤਰੀ ਹੈ। ਹਜ਼ਰਤ ਬਲ ਉਹਨਾਂ ਦਾ ਇੱਕ ਧਾਰਮਿਕ ਅਸਥਾਨ ਹੈ ਤੇ ਉੱਥੇ ਉਹਨਾਂ ਦੇ ਜਿਹੜੇ ਧਾਰਮਿਕ ਪੈਗੰਬਰ ਮੁਹੰਮਦ ਸਾਹਿਬ ਨੇ ਉਹਨਾਂ ਦੇ ਕੇਸ ਪਏ ਹੋਏ ਸੀ, ਜਾਂ ਇੱਕ ਲਿਟ ਜਿਹੜੀ ਹੈ ਉਹਨਾਂ ਦੇ ਕੇਸਾਂ ਦੀ, ਕੁਝ ਹਿੱਸਾ ਉਹਨਾਂ ਦੇ ਕੇਸਾਂ ਦਾ ਉਹਨਾਂ ਨੇ ਉਸ ਧਾਰਮਿਕ ਅਸਥਾਨ 'ਤੇ ਸੰਭਾਲ ਕੇ ਰੱਖਿਆ ਹੋਇਆ ਸੀ। ਉਹ ਕਿਸੇ ਨੇ ਚੋਰੀ ਕਰ ਲਿਆ। 1963 ਦੀ ਘਟਨਾ ਹੈ, ਕਿਸੇ ਨੇ ਚੋਰੀ ਕਰ ਲਿਆ। ਉਸ ਜਗ੍ਹਾ ਦੇ ਸਾਹਮਣੇ ਅਜੇ ਵੀ ਲਿਖਤੀ ਹਵਾਲੇ ਹੈ ਨੇ, ਤੁਸੀਂ ਪੜ੍ਹ ਸਕਦੇ ਜੇ। 50,000 ਦੇ ਕਰੀਬ ਮੁਸਲਮਾਨ ਜਿਹੜੇ ਇਕੱਠੇ ਹੋ ਗਏ ਔਰ ਦੰਗੇ ਸ਼ੁਰੂ ਹੋ ਗਏ, ਲੜਾਈਆਂ ਸ਼ੁਰੂ ਹੋ ਗਈਆਂ। ਔਰ ਲੜਾਈ ਸ਼ੁਰੂ ਹੋਣ ਦਾ ਕਾਰਨ ਇਹ ਸੀ ਵੀ ਉਹ ਕੇਸ ਕੋਈ ਚੋਰੀ ਕਰਕੇ ਲੈ ਗਿਆ ਹੈ। ਉਹ ਜਿਹੜੇ ਮੁਹੰਮਦ ਸਾਹਿਬ ਦੇ ਵਾਲ ਜਿਹੜੇ ਨੇ ਉਹਨਾਂ ਨੂੰ ਕੇਸ ਕਿਹਾ ਜਾਂਦਾ ਹੈ, ਮੈਂ ਲਫ਼ਜ਼ ਇਹੀ ਵਾਰ-ਵਾਰ ਵਰਤਾਂਗਾ। ਉਹ ਕੇਸਾਂ ਨੂੰ ਕੋਈ ਚੋਰੀ ਕਰਕੇ ਲੈ ਗਿਆ ਸੀ। ਉੱਥੇ ਰੌਲਾ ਪੈ ਗਿਆ। ਉਸ ਵੇਲੇ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਭਾਈ ਜੇ ਕੋਈ ਲੱਭ ਲਵੇਗਾ ਕੇਸਾਂ ਨੂੰ ਤੇ ਉਹਨੂੰ ਇਨਾਮ ਵੀ ਦਿੱਤਾ ਜਾਵੇਗਾ, ਈਵਨ ਕਿ ਜਿਹੜਾ ਦੱਸ ਵੀ ਪਾਵੇਗਾ ਨਾ ਉਹਦੇ ਬਾਰੇ ਵੀ ਜਿਹਨੂੰ ਪਤਾ ਹੈ ਵੀ ਕੌਣ ਲੈ ਕੇ ਗਿਆ ਜਾਂ ਕਿੱਥੇ ਪਏ ਹੋਏ ਨੇ, ਉਹਦੀ ਵੀ ਪੱਕੀ ਪੈਨਸ਼ਨ ਲਾ ਦਿੱਤੀ ਜਾਵੇਗੀ। ਈਵਨ ਕਿ ਜਵਾਹਰ ਲਾਲ ਨਹਿਰੂ ਨੂੰ ਖਾਸ ਕਰਕੇ ਬੋਲਣਾ ਪਿਆ ਇਸ ਚੀਜ਼ ਦੇ ਬਾਰੇ, ਉਹਨੂੰ ਵੀ ਤਕਰੀਰ ਕਰਨੀ ਪਈ ਰੇਡੀਓ ਦੇ ਉੱਤੇ ਵੀ ਇਹ ਇੰਨਾ ਵੱਡਾ ਮਸਲਾ ਬਣ ਗਿਆ। ਔਰ 4 ਜਨਵਰੀ 1964 ਨੂੰ ਲਗਭਗ 5-6 ਦਿਨ ਬਾਅਦ ਉਹ ਕੇਸ ਜਿਹੜੇ ਸੀ ਉਹ ਲੱਭ ਗਏ ਤੇ ਉਹ ਮਸਲਾ ਠੰਡਾ ਹੋ ਗਿਆ। ਹੁਣ ਵੇਖੋ ਮੁਸਲਮਾਨ ਕੇਸ ਤੇ ਨਹੀਂ ਰੱਖਦੇ, ਕੇਸ ਨਹੀਂ ਰੱਖਦੇ ਮੁਸਲਮਾਨ, ਪਰ ਕੇਸਾਂ ਦੀ ਅਹਿਮੀਅਤ ਕਿੰਨੀ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਸਾਡੇ ਪੈਗੰਬਰ ਦੇ ਕੇਸ ਨੇ, ਸਾਡੇ ਧਾਰਮਿਕ ਰਾਹਬਰ ਦੇ ਕੇਸ ਨੇ। ਤੇ ਮੈਂ ਬੇਨਤੀ ਕੀਤੀ ਹੈ, ਮੈਨੂੰ ਵੇਖਣ ਨੂੰ ਇੰਝ ਲੱਗਦਾ ਵੀ ਮੇਰੇ ਸਿਰ ਦੇ ਉੱਤੇ ਕੇਸ ਮੇਰੇ ਨੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਹੈ। ਸਤਿਗੁਰੂ ਕਹਿੰਦੇ ਇਹ ਤੇਰੇ ਨਹੀਂ ਨੇ, ਇਹ ਮੇਰੇ ਨੇ, ਬਸ ਮੈਂ ਤੈਨੂੰ ਸੰਭਾਲਣ ਲਈ ਦਿੱਤੇ ਹੋਏ ਨੇ। ਹੁਣ ਮੈਂ ਵੇਖਦਾ ਵੀ ਮੈਂ ਇਹਨਾਂ ਨੂੰ ਕਿੱਦਾਂ ਸੰਭਾਲ ਪਾਉਂਦਾ ਹਾਂ ਜਾਂ ਕਿੱਦਾਂ ਨਹੀਂ ਸੰਭਾਲਦਾ। ਤੇ ਮੈਂ ਫਿਰ ਦੁਹਰਾ ਰਿਹਾ ਹਾਂ ਇਸ ਗੱਲ ਨੂੰ ਵੀ ਭਾਈ ਕੋਈ ਚੀਜ਼ ਮੈਨੂੰ ਮਿਲੀ ਹੋਵੇ ਤੇ ਮੈਂ ਸੰਭਾਲ ਕੇ ਨਾ ਰੱਖਾਂ ਤੇ ਦੇਣ ਵਾਲੇ ਦੇ ਦਿਲ ਦੇ ਉੱਤੇ ਕੀ ਬੀਤਦੀ ਹੈ। ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਮਾਣ ਬਖਸ਼ਿਆ ਹੈ, ਮੈਨੂੰ ਚੁਣਿਆ ਵੀ ਮੇਰੇ ਕੋਲ, ਤੇਰੇ ਕੋਲ ਮੇਰੀ ਚੀਜ਼ ਪਈ ਹੋਈ ਹੈ। ਔਰ ਇੱਕ ਆਪ ਜੀ ਦੇ ਅੱਗੇ ਗੱਲ ਰੱਖ ਦੇਵਾਂ, ਇਤਿਹਾਸਕ ਹਵਾਲਾ ਹੈ। ਭੰਗਾਣੀ ਦਾ ਯੁੱਧ ਸਮਾਪਤ ਹੋਇਆ ਤੇ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਗਲੇ ਦਿਨ ਭੰਗਾਣੀ ਦੇ ਯੁੱਧ ਤੋਂ ਉਹਨੂੰ ਕੁਝ ਸਮਾਂ ਹੋਇਆ ਹੈ ਸਮਾਪਤ ਹੋਏ ਨੂੰ, ਤੇ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਉਂਦੇ ਨੇ। ਤੇ ਉਸ ਵੇਲੇ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੰਘਾ ਕਰਦੇ ਪਏ ਸੀ ਕੇਸਾਂ ਦੇ ਵਿੱਚ। ਤੇ ਆਪਾਂ ਅਕਸਰ ਘਰਾਂ ਦੇ ਵਿੱਚ ਵੇਖਦੇ ਹੀ ਹਾਂ ਵੀ ਜਦੋਂ ਆਪਾਂ ਸਿਰ ਨੂੰ ਕੰਘੀ ਕਰਦੇ ਹਾਂ ਤੇ ਉਹ ਕੁਝ ਜਿਹੜੇ ਸਿਰ ਦੇ ਸਾਡੇ ਕੇਸ ਨੇ ਜਿਹੜੇ ਮਰ ਚੁੱਕੇ ਹੁੰਦੇ ਨੇ, ਡੈੱਡ ਹੋ ਚੁੱਕੇ ਹੁੰਦੇ ਨੇ, ਉਹ ਆਪਣੇ ਆਪ ਹੀ ਬਾਹਰ ਨਿਕਲ ਆਉਂਦੇ ਨੇ। ਕੰਘੀ ਕਰਦੇ ਹਾਂ ਵੇਖੋ ਉਹ ਸਿਰ ਦੇ ਵਿੱਚੋਂ ਕੇਸ ਨਿਕਲ ਆਉਂਦੇ ਨੇ। ਮਰ 'ਚ ਕੰਘਾ ਕਰਦੇ ਪਏ ਸੀ ਤੇ ਕੁਝ ਕੁ ਜਿਹੜੇ ਕੇਸ ਸੀ ਉਹ ਉਹਨਾਂ ਦੇ ਕੰਘੇ ਦੇ ਵਿੱਚ ਫਸੇ ਹੋਏ ਸੀ
ਤੇ ਉਸ ਵੇਲੇ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਇਜਾਜ਼ਤ ਲੈਣ ਦੇ ਲਈ ਆਉਂਦੇ ਨੇ ਵੀ ਮੈਂ ਵਾਪਸ ਜਾਣਾ ਚਾਹੁੰਦਾ ਹਾਂ, ਜੰਗ ਖਤਮ ਹੋ ਗਿਆ। ਔਰ ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਭੰਗਾਣੀ ਦੇ ਜੰਗ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਔਰ ਉਹਨਾਂ ਦੇ ਭਰਾ ਸ਼ਹੀਦ ਹੁੰਦੇ ਨੇ, ਕੁਝ ਮੁਰੀਦ ਕੁਝ ਚੇਲੇ ਇਹਨਾਂ ਦੇ ਇਸ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ। ਤੇ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਵੀ ਤੁਹਾਡੇ ਪੁੱਤਰ ਸ਼ਹੀਦ ਹੋਏ, ਤੁਹਾਡੇ ਭਰਾ ਸ਼ਹੀਦ ਹੋਏ, ਤੁਹਾਡੇ ਚੇਲੇ ਸ਼ਹੀਦ ਹੋਏ, ਤੇ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਵੀ ਤੁਸੀਂ ਸਾਡੀ ਮਦਦ ਕੀਤੀ ਹੈ, ਤਾਂ ਤੁਸੀਂ ਮੰਗੋ ਕਿ ਤੁਸੀਂ ਕੀ ਮੰਗਦੇ ਜੇ। ਹੁਣ ਪੀਰ ਬੁੱਧੂ ਸ਼ਾਹ ਜਿਹੜੇ ਨੇ ਉਹ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਕੰਘਾ ਕਰਦੇ ਪਏ ਸੀ ਤੇ ਕਹਿੰਦੇ ਵੀ ਮਹਾਰਾਜ ਆ ਜਿਹੜਾ ਤੁਸੀਂ ਕੰਘਾ ਕਰਦੇ ਪਏ ਜਿਹਨੇ ਦੇ ਵਿੱਚ ਕੁਝ ਕੇਸ ਫਸੇ ਹੋਏ ਨੇ, ਮੈਨੂੰ ਇਹ ਕੰਘਾ ਕੇਸਾਂ ਸਮੇਤ ਤੁਸੀਂ ਦੇ ਦਿਓ। ਹੁਣ ਪੀਰ ਬੁੱਧੂ ਸ਼ਾਹ ਨੂੰ ਪਤਾ ਹੈ ਵੀ ਮਹਾਰਾਜ ਦੇ ਕੇਸਾਂ ਦੀ ਅਹਿਮੀਅਤ ਕੀ ਹੈ। ਤਾਂ ਮੈਂ ਫਿਰ ਇਸ ਗੱਲ ਨੂੰ ਇਸ ਕਰਕੇ ਆਪ ਜੀ ਦੇ ਨਾਲ ਕਹਿ ਰਿਹਾ ਹਾਂ ਵੀ ਮੈਨੂੰ ਲੱਗੇ ਵੀ ਕੇਸ ਮੇਰੇ ਨੇ, ਨਹੀਂ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨੇ। ਇਹਨਾਂ ਨੂੰ ਕਦੀ ਇੱਦਾਂ ਸਮਝਣਾ ਹੀ ਨਹੀਂ ਆ ਵੀ ਇਹ ਸਾਡੇ ਨੇ, ਇਹ ਤਾਂ ਮਹਾਰਾਜ ਦੀ ਅਮਾਨਤ ਸਾਡੇ ਕੋਲ ਹੈ। ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਜੀ ਨੇ ਆਪਣੀ ਦਸਤਾਰ ਜਿਹੜੀ ਸੀ ਉਹਦੇ 2 ਹਿੱਸੇ ਕੀਤੇ, ਇੱਕ ਮਹੰਤ ਕਿਰਪਾਲ ਦਾਸ ਉਦਾਸੀ ਨੂੰ ਹਿੱਸਾ ਬਖਸ਼ਿਆ, ਇੱਕ ਹਿੱਸਾ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਆ। ਕੇਸ ਸਾਡੀ ਦੁਨੀਆ ਦੇ ਵਿੱਚ ਪਹਿਚਾਣ ਹੀ ਕਿਹਦੇ ਕਰਕੇ? ਸਾਡੀ ਕੇਸਾਂ ਦੇ ਕਰਕੇ ਤੇ ਪਹਿਚਾਣ ਹੈ। ਜੇ ਕੇਸ ਨਾ ਹੋਣ ਤਾਂ ਫਿਰ ਤੁਸੀਂ ਬਾਕੀ ਦੁਨੀਆ ਦੇ ਵਿੱਚ ਰਲਾ ਗੋਬਲਾ ਹੀ ਹੈ, ਫਿਰ ਸਾਡਾ ਕੀ ਪਹਿਚਾਣ ਹੈ? ਇਹੋ ਹੀ ਤੇ ਫਰਕ ਹੈ ਜਿਹੜਾ ਮਹਾਰਾਜ ਨੇ ਸਾਨੂੰ ਬਾਕੀਆਂ ਨਾਲੋਂ ਹਟਾ ਲਿਆ। ਮੈਂ ਆਪ ਜੀ ਦੇ ਅੱਗੇ ਇਸ ਗੱਲ ਦਾ ਹਵਾਲਾ ਕਹਿ ਕੇ ਤੇ ਫਿਰ ਅਗਲੀ ਗੱਲ ਕਰਾਂਗਾ, ਕਿਉਂਕਿ ਅਸੀਂ ਬਾਕੀਆਂ ਦੇ ਬਾਰੇ ਵਿਚਾਰ ਕਰਨੀ ਹੈ। ਕੇਸਾਂ ਦੀ ਸੰਭਾਲ ਕਰਨੀ ਹੈ, ਉਹ ਕਿਵੇਂ ਕਰਨੀ ਹੈ ਉਹ ਕੰਘੇ ਦੇ ਰੂਪ ਦੇ ਵਿੱਚ ਗੱਲ ਆਵੇਗੀ। ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਹੋਇਆ ਹੈ, ਔਰੰਗਜ਼ੇਬ ਤੋਂ ਬਾਅਦ ਰਾਜਗੱਦੀ ਦੇ ਉੱਤੇ ਬੈਠਿਆ। ਆਪ ਜੀ ਨੇ ਇਤਿਹਾਸ ਦੇ ਵਿੱਚ ਉਹਦਾ ਜ਼ਿਕਰ ਪੜ੍ਹਿਆ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਦੀ ਮਦਦ ਕੀਤੀ ਸੀ ਤਖਤ ਦੇ ਉੱਤੇ ਬੈਠਣ ਦੇ ਲਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹਨੇ ਮਦਦ ਕਰਨੀ ਸੀ, ਕਿਸੇ ਕਾਰਨ ਕਰਕੇ ਮੁੱਕਰ ਗਿਆ, ਨਹੀਂ ਮਦਦ ਕਰ ਸਕਿਆ, ਜੋ ਲਿਖਤਾਂ ਦੇ ਹਵਾਲੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆ ਜਾਂਦਾ, ਇਹਨਾਂ ਦੀ ਹਕੂਮਤ ਦੇ ਨੱਕ ਦੇ ਵਿੱਚ ਦਮ ਕਰ ਦਿੱਤਾ। ਜਿਹੜੇ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਜਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰਵਾਇਆ, ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਇਲਾਕਿਆਂ ਨੂੰ ਆ ਕੇ ਜਿੱਤਿਆ। ਬਹਾਦਰ ਸ਼ਾਹ ਲਾਹੌਰ ਦੇ ਵਿੱਚ ਹੈ। ਸਰਦਾਰ ਸਵਰਨ ਸਿੰਘ ਉਹਨਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ ਹੈ, ਭੂਰਿਆਂ ਵਾਲੇ ਰਾਜੇ ਕੀਤੇ। ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਇਸ ਗੱਲ ਨੂੰ, ਬੁਰਾ ਨਾ ਮਨਾਇਓ, ਪਰ ਜੋ ਸੱਚ ਹੈ ਉਹ ਤਾਂ ਸੱਚ ਹੀ ਰਹੇਗਾ। ਬਹਾਦਰ ਸ਼ਾਹ ਲਾਹੌਰ ਦੇ ਵਿੱਚ ਪਹੁੰਚਦਾ, ਉਹਨੂੰ ਪਤਾ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਇਹਦੇ ਨਾਲ ਦੇ ਜਿਹੜੇ ਸਿੰਘ ਨੇ ਨਾ, ਇਹਨਾਂ ਨੇ ਬੜੀ ਜ਼ਿਆਦਾ ਅੱਤ ਚੁੱਕੀ ਹੋਈ ਹੈ। ਮਤਲਬ ਇਹ ਹੈ ਵੀ ਇਹ ਟਿਕਣ ਨਹੀਂ ਦਿੰਦੇ ਹਕੂਮਤ ਨੂੰ, ਪਿੰਡਾਂ ਦੇ ਉੱਤੇ ਕਬਜ਼ੇ ਕਰੀ ਜਾਂਦੇ ਨੇ। ਹੁਣ ਪਛਾਣ ਸੀ ਵੀ ਇਹਨਾਂ ਦੀ ਪਹਿਚਾਣ ਕੀ ਹੈ? ਕਹਿੰਦੇ ਜੀ ਇਹਨਾਂ ਦੀ ਪਛਾਣ ਹੈ ਵੀ ਇਹਨਾਂ ਦੇ ਕੇਸ ਹੁੰਦੇ ਨੇ। ਕੇਸ ਉਦੋਂ ਆਮ ਲੋਕ ਵੀ ਰੱਖਦੇ ਹੁੰਦੇ ਸੀ ਵੀ ਇਹ ਸ਼ਸਤਰਧਾਰੀ ਨੇ, ਇਹਨਾਂ ਦੇ ਕੋਲ ਕਿਰਪਾਨਾਂ ਨੇ, ਇਹ ਕੇਸ ਰੱਖਦੇ ਨੇ। ਇਹਨਾਂ ਦੀ ਸਭ ਤੋਂ ਵੱਡੀ ਪਹਿਚਾਣ ਇਹ ਹੈ, ਇਹਨਾਂ ਦਾ ਦਾੜਾ ਇਹਨਾਂ ਦੀ ਪਹਿਚਾਣ ਹੈ। ਤੇ ਉਸ ਵੇਲੇ ਬਹਾਦਰ ਸ਼ਾਹ ਦੇ ਵੱਲੋਂ ਇੱਕ ਹੁਕਮ ਕੱਢਿਆ ਜਾਂਦਾ ਹੈ। ਉਹ ਹੁਕਮ ਇਹ ਹੈ ਵੀ ਮੁਸਲਮਾਨ ਤੋਂ ਬਿਨਾਂ, ਤੁਸੀਂ ਵੇਖਿਆ ਕਿ ਮੁਸਲਮਾਨ ਵੀ ਦਾੜੇ ਰੱਖਦੇ ਨੇ, ਦਾੜੀਆਂ ਉਹਨਾਂ ਨੇ ਵੀ ਰੱਖੀਆਂ ਹੁੰਦੀਆਂ ਨੇ, ਉਹਨਾਂ ਦੇ ਵੀ ਕੁਝ ਬੰਦੇ ਜਿਹੜੇ ਦਾੜੀਆਂ ਰੱਖਦੇ ਨੇ। ਮੁਸਲਮਾਨਾਂ ਤੋਂ ਬਿਨਾਂ ਕੋਈ ਬੰਦਾ ਜਿਹੜਾ ਹੈ ਉਹ ਦਾੜੀ ਲੰਮੀ ਨਾ ਰੱਖੇ। ਇਹਨੂੰ ਪੜ੍ਹ ਲੈਣਾ, ਤੁਸੀਂ ਪੜ੍ਹ ਵੀ ਸਕਦੇ ਜੇ। ਮੁਸਲਮਾਨ, ਹਾਲਾਂਕਿ ਔਰੰਗਜ਼ੇਬ ਨੇ ਇਸ ਗੱਲ ਦੇ ਪਹਿਲਾਂ ਹੀ ਐਲਾਨ ਕਰ ਦਿੱਤੇ ਸੀ ਵੀ ਕੋਈ ਬੰਦਾ ਘੋੜੇ ਦੀ ਸਵਾਰੀ ਨਾ ਕਰੇ, ਕਿਉਂਕਿ ਉਹਨੂੰ ਲੱਗਦਾ ਸੀ ਵੀ ਇੱਦਾਂ ਫਿਰ ਕੱਲ੍ਹ ਨੂੰ ਬਰਾਬਰ ਆਉਣਗੇ। ਉਹ ਬੜੇ ਹੋਰ ਪਾਸੇ ਨੇ, ਅਸੀਂ ਸਿਰਫ ਕੇਸਾਂ ਦੀ ਗੱਲ ਕਰੀਏ। ਕੋਈ ਵੀ ਬੰਦਾ ਜਿਹੜਾ ਗੈਰ ਮੁਸਲਿਮ ਹੈ ਉਹ ਬੰਦਾ ਦਾੜੀ ਲੰਮੀ ਨਹੀਂ ਰੱਖ ਸਕਦਾ। ਫਿਰ ਦੂਜੇ ਨੰਬਰ ਦੇ ਉੱਤੇ ਸੁਭਾਵਿਕ ਜੀ ਗੱਲ ਸੀ, ਜਿਹੜੇ ਤੇ ਅੰਮ੍ਰਿਤਧਾਰੀ ਸਿੰਘ ਸੀ ਉਹਨਾਂ ਲਈ ਤੇ ਜਨਮ ਮੌਤ ਦਾ ਸੌਦਾ ਸੀ ਵੀ ਉਹਨਾਂ ਨੇ ਦਾੜੀ ਤੇ ਕਟਾਉਣੀ ਨਹੀਂ, ਕੇਸ ਤੇ ਕਟਾਉਣੇ ਨਹੀਂ। ਪਰ ਜਿਹੜੇ ਆਮ ਲੋਕ ਸੀ ਉਹਨਾਂ ਨੂੰ ਉਹਨੇ ਫਿਰ ਸਪੈਸ਼ਲ ਬੰਦੇ ਲਾਏ, ਜਿਹੜੀ ਜਿੱਦਾਂ ਪੁਲਿਸ ਪੈਟਰੋਲ ਕਰਦੀ ਹੈ ਨਾ, ਉਹਦੀ ਫੋਰਸ ਜਿਹੜੀ ਫੌਜ ਸੀ ਉਹਨੇ ਪੈਟਰੋਲਿੰਗ ਦੇ ਉੱਤੇ ਬੰਦੇ ਲਾਏ ਹੋਏ ਸੀ। ਨਾਲ ਕੁਝ ਖਾਸ ਬੰਦੇ ਉਹਨਾਂ ਦੇ ਚੱਲਦੇ ਹੁੰਦੇ ਸੀ। ਆਪ ਜੀ ਸ਼ਾਇਦ ਜਾਣਦੇ ਹੋਵੋਗੇ, ਜਿਹੜਾ ਬਾਰਬਰ ਹੁੰਦਾ ਹੈ ਇੱਕ ਕਿੱਤਾ ਹੁੰਦਾ ਹੈ ਹਿੰਦੁਸਤਾਨ ਦੇ ਵਿੱਚ, ਇੱਕ ਕਿੱਤਾ ਮੰਨਿਆ ਜਾਂਦਾ ਹੈ। ਸਾਰੇ ਬੰਦੇ ਇਹ ਕੰਮ ਨਹੀਂ ਸੀ ਕਰਦੇ, ਕੁਝ ਖਾਸ ਬੰਦੇ ਇਹ ਕੰਮ ਕਰਦੇ ਹੁੰਦੇ ਸੀ। ਤੇ ਉੱਥੇ ਇਸ ਗੱਲ ਦਾ ਜਦੋਂ ਹੁਕਮ ਆਇਆ ਕਿ ਉਹ ਜਿਹੜੀ ਫੌਜ ਹੁੰਦੀ ਸੀ ਉਹ ਆਪਣੇ ਨਾਲ ਇਹਨਾਂ ਨੂੰ ਲੈ ਕੇ ਘੁੰਮਦੀ ਹੁੰਦੀ ਸੀ ਵੀ ਜਿੱਥੇ ਕੋਈ ਬੰਦਾ ਤੁਹਾਨੂੰ ਗੈਰ ਮੁਸਲਿਮ ਜਿਹੜਾ ਹੈ ਉਹ ਦਾੜੇ ਵਾਲਾ ਨਜ਼ਰ ਆਉਂਦਾ ਹੈ ਤੇ ਉਹਦਾ ਧੱਕੇ ਦੇ ਨਾਲ ਦਾੜਾ ਕੱਟ ਦਿੱਤਾ ਜਾਵੇ, ਉਹਦੀ ਦਾੜੀ ਕੱਟ ਦਿੱਤੀ ਜਾਵੇ। ਔਰ ਵੇਖੋ
ਫਿਰ ਜਦੋਂ ਉਹ ਕਰਦੇ ਹੋਣਗੇ ਤੇ ਕਿੱਦਾਂ ਕਰਦੇ ਹੋਣਗੇ, ਉਹਨਾਂ ਬਖਸ਼ਣਾ ਥੋੜ੍ਹਾ, ਉਹਨਾਂ ਲਈ ਤੇ ਉਹ ਬਾਕੀ ਗੁਲਾਮ ਨੇ। ਤੇ ਗੁਲਾਮਾਂ ਦੇ ਨਾਲ ਕੀ ਪੇਸ਼ ਆਇਆ ਜਾਂਦਾ। ਸਰਦਾਰ ਸਵਰਨ ਸਿੰਘ ਹੋਣਾ ਨੇ ਬੋਲਿਆ ਇਸ ਗੱਲ ਨੂੰ, ਕਹਿੰਦੇ ਵੀ ਜਿਹੜੇ ਬਰਤਨ ਦੇ ਵਿੱਚ ਉਹ ਵੇਖੋ ਵੀ ਉਹਨੂੰ ਦਾੜੀ ਕੱਟਣ ਲੱਗਿਆਂ ਪਾਣੀ ਵਰਤਦੇ ਸੀ ਨਾ, ਜਿਹੜਾ ਭਾਂਡਾ ਵਰਤਦੇ ਹੁੰਦੇ ਸੀ, ਭਾਵੇਂ ਹੋਵੇ ਗੰਦਾ ਤੇ ਭਾਵੇਂ ਹੋਵੇ ਕਿਵੇਂ ਦਾ, ਉਹੋ ਜਿਹੇ ਗੰਦੇ ਭਾਂਡੇ ਦੇ ਨਾਲ ਹੀ ਉਹਨਾਂ ਨੇ ਵਰਤ ਕੇ ਤੇ ਲੋਕਾਂ ਦੇ ਜਿਹੜੇ ਨਾ ਉਸੇ ਵੇਲੇ ਹੀ, ਕਿਉਂਕਿ ਉਹਦਾ ਹੁਕਮ ਸੀ ਵੀ ਇਹਨਾਂ ਤੋਂ ਗੈਰ ਮੁਸਲਿਮ ਤੋਂ ਬਿਨਾਂ ਕੋਈ ਰੱਖ ਨਹੀਂ ਸਕਦਾ ਦਾੜੇ ਨੂੰ, ਉਹਨਾਂ ਸਾਰਿਆਂ ਦੇ ਹੀ ਮਨਵਾ ਦਿੱਤੇ, ਸਾਰਿਆਂ ਦੇ। ਰਾਜ ਦਰਬਾਰ ਦੇ ਵਿੱਚ ਜਿਹਨੇ ਆਉਣਾ ਹੈ, ਜਿਹਨੇ ਬਹਾਦਰ ਸ਼ਾਹ ਦੇ ਕੋਲ ਆਉਣਾ ਹੈ, ਉਹਦੇ ਲਈ ਪਹਿਲਾ ਰੂਲ ਇਹ ਬਣਾ ਦਿੱਤਾ ਗਿਆ ਵੀ ਭਾਈ ਜਿਹਨੇ ਇੱਥੇ ਨੌਕਰੀ ਕਰਨੀ ਹੈ ਪਹਿਲਾਂ ਆਪਣੀਆਂ ਦਾੜੀਆਂ ਤੇ ਕੇਸ ਕਟਵਾਓ, ਫਿਰ ਤੁਹਾਨੂੰ ਨੌਕਰੀ ਮਿਲੇਗੀ। ਹਾਲਾਂਕਿ ਪਹਿਲਾਂ ਚੱਲਦਾ ਹੁੰਦਾ ਸੀ, ਮੈਂ ਆਪ ਜੀ ਦੇ ਅੱਗੇ ਇੱਕ ਰੱਖਦਾ ਵਾਂ, ਇਹ ਇੱਕ ਵਾਰ ਨਹੀਂ ਨਿਕਲਿਆ ਵੀ ਜਿੱਥੇ ਕਿਤੇ ਕੇਸਾਧਾਰੀ ਬੰਦਾ ਨਜ਼ਰ ਆਉਂਦਾ ਹੈ ਉਹਨੂੰ ਤੁਸੀਂ ਖਤਮ ਕਰ ਦਿਓ। ਔਰ ਸੋਚੋ ਕਈ ਵਾਰ ਤੇ ਇੱਦਾਂ ਦੇ ਹਾਲਾਤ ਆਏ ਵੀ ਉਹਨਾਂ ਨੂੰ ਲੱਗਣ ਲੱਗ ਪਿਆ ਵੀ ਕੋਈ ਰਿਹਾ ਹੀ ਨਹੀਂ, ਕੋਈ ਬਚਿਆ ਹੀ ਨਹੀਂ ਪਿੱਛੇ, ਇਹ ਫੇਰ ਉਗਾਉਂਦੇ ਨੇ, ਇਹ ਫੇਰ ਤੁਰ ਪੈਂਦੇ ਨੇ। ਸਤਿਗੁਰੂ ਕਿਰਪਾ ਕਰਨ। ਮੈਂ ਇਸ ਕਰਕੇ ਬੇਨਤੀ ਕਰਦਾ ਹਾਂ ਵੀ ਜਿਸ ਵੇਲੇ ਬਹਾਦਰ ਸ਼ਾਹ ਦਾ ਹੁਕਮ ਆਇਆ, ਨੌਕਰੀ ਕਰਨ ਵਾਲੇ ਆਪ ਇਹ ਕੰਮ ਕਰਵਾ ਕੇ ਜਾਂਦੇ ਹੁੰਦੇ ਸੀ ਵੀ ਅਸੀਂ ਉੱਥੇ ਪਹੁੰਚਣਾ ਹੈ ਤੇ ਨੌਕਰੀ ਕਰਨੀ ਹੈ। ਇਸ ਕਰਕੇ ਉਹਨਾਂ ਨੇ ਕੇਸਾਂ ਦੀ ਬੇਅਦਬੀ ਕਰਵਾਉਣੀ ਸ਼ੁਰੂ ਕਰ ਦਿੱਤੀ। ਪਹਿਲਾਂ ਸਾਰੇ ਹੀ ਕੇਸ ਰੱਖਦੇ ਹੁੰਦੇ ਸੀ, ਆ ਤੁਸੀਂ ਭਾਵੇਂ ਫੋਟੋਆਂ 'ਚ ਵੇਖੋ ਤੇ ਭਾਵੇਂ ਉੱਦਾਂ ਵੇਖੋ, ਆ ਜਿਨ੍ਹਾਂ ਨੂੰ ਪੁਰਾਣੇ ਰਿਸ਼ੀਆਂ ਮੁਨੀਆਂ ਦੇ ਰੋਲ ਕਰਨੇ ਪੈਂਦੇ ਨੇ, ਇਹਨਾਂ ਨੂੰ ਕੇਸ ਕਿਉਂ ਰੱਖਣੇ ਪੈਂਦੇ ਨੇ? ਭਾਵੇਂ ਨਕਲੀ ਲਾ ਕੇ ਆਉਂਦੇ ਨੇ, ਕਿਉਂ ਲਾ ਕੇ ਆਉਂਦੇ ਨੇ? ਕਦੀ ਕਿਸੇ ਦੇਵਤੇ ਨੂੰ ਤੁਸੀਂ ਵੇਖਿਆ ਹੋਵੇ ਵੀ ਉਹ ਕੇਸਾਂ ਤੋਂ ਬਿਨਾਂ ਵੇਖਿਆ ਹੋਵੇ? ਭਾਵੇਂ ਐਕਟਿੰਗ ਕਰਦਾ ਪਿਆ ਹੈ, ਉਹਦੀ ਸਿਰਫ ਐਕਟਿੰਗ ਹੈ, ਨਕਲੀ ਕੇਸ ਲਾਏ ਨੇ ਪਰ ਲਾਉਣੇ ਪੈਂਦੇ ਨੇ, ਕਿਉਂਕਿ ਦੇਵਤੇ ਵੀ ਕੇਸਾਂ ਤੋਂ ਬਿਨਾਂ ਨਹੀਂ, ਕੋਈ ਰਿਸ਼ੀ ਕੇਸਾਂ ਤੋਂ ਬਿਨਾਂ ਨਹੀਂ। ਕੇਸਾਂ ਦਾ ਮਤਲਬ ਹੈ ਪਵਿੱਤਰਤਾ। ਤੇ ਮੈਂ ਬੇਨਤੀ ਕਰਦੇ ਵਾਂ, ਇਹ ਸਾਨੂੰ ਮਹਾਰਾਜ ਨੇ ਬਖਸ਼ੇ ਨੇ, ਅਸੀਂ ਇਹਨਾਂ ਦੀ ਸੰਭਾਲ ਕਰਨੀ ਹੈ। ਆਪਣੇ ਬੱਚਿਆਂ ਨੂੰ ਇਹਨਾਂ ਦੀ ਆਦਤ ਪਾਈਏ ਵੀ ਅਸੀਂ ਕਿੱਦਾਂ ਸੰਭਾਲਣੇ ਨੇ। ਇਹ ਸਾਡਾ ਕਲਚਰ ਹੈ, ਸਾਡਾ ਹਿੱਸਾ ਹੈ। ਇਹਨਾਂ ਦੀ ਸੰਭਾਲ ਦੇ ਲਈ ਜਿਹੜੇ ਪੁਰਸ਼ ਨੇ ਉਹਨਾਂ ਦੇ ਕੋਲ ਦਸਤਾਰ ਹੈ, ਦਸਤਾਰ ਬੰਨ੍ਹਣੀ ਆਉਣੀ ਚਾਹੀਦੀ ਹੈ। ਮੈਂ ਇਹ ਵੀ ਆਪ ਜੀ ਦੇ ਅੱਗੇ ਰੱਖ ਦੇਵਾਂ, ਛੋਟਾ ਬੱਚਾ ਹੋਵੇ ਤਾਂ ਛੋਟੇ ਬੱਚੇ ਨੂੰ ਦਸਤਾਰ ਬੰਨ੍ਹਣ ਦੀ ਸਿਖਾਓ। ਇਹ ਨਾ ਹੋਵੇ ਵੀ ਵੱਡਾ ਏਡਾ ਹੋ ਜਾਵੇ, ਬਾਅਦ 'ਚ ਉਹਨੂੰ ਦਸਤਾਰ ਬੱਝੀ 'ਤੇ ਵੀ ਸ਼ਰਮ ਆਵੇ ਵੀ ਹਾਏ ਮੈਨੂੰ ਤਾਂ ਬੰਨ੍ਹਣੀ ਨਹੀਂ ਆਉਂਦੀ, ਅਤੇ ਫਿਰ ਬੰਨ੍ਹਣ ਲੱਗਿਆ ਉਹਨੂੰ ਹੋਰ ਕੁਝ ਫੀਲ ਹੋਵੇ ਵੀ ਮੈਂ ਕਿਉਂ ਮਾੜੀ ਬੰਨ੍ਹਦਾ। ਜਦੋਂ ਸਾਨੂੰ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ, ਫਿਰ ਅਸੀਂ ਦਸਤਾਰਾਂ ਵੀ ਨਹੀਂ ਬੰਨ੍ਹ ਪਾਉਂਦੇ। ਉਹਨੂੰ ਪਹਿਲਾਂ ਤੋਂ ਹੀ ਟ੍ਰੇਨਿੰਗ ਕਰਨੀ ਸ਼ੁਰੂ ਕਰ ਦਿਓ ਵੀ ਜਦੋਂ ਤੱਕ ਉਹਨੂੰ ਇਸ ਗੱਲ ਦਾ ਫੀਲ ਹੋਵੇ ਵੀ ਹਾਂ ਮੈਂ ਮਾੜੀ ਬੰਨ੍ਹਦਾ ਜਾਂ ਚੰਗੀ ਬੰਨ੍ਹਦਾ ਹਾਂ, ਉਹਨੂੰ ਪਹਿਲਾਂ ਬੰਨ੍ਹਣ ਦੀ ਜਾਚ ਆ ਜਾਵੇ। ਆਪਣੇ ਬੱਚਿਆਂ ਨੂੰ ਇਸ ਗੱਲ ਦੀ ਟ੍ਰੇਨਿੰਗ ਵੀ ਤਾਂ ਕਰਵਾਈਏ ਨਾ। ਮੈਂ ਕਿੰਨੀ ਵਾਰ ਇਸ ਗੱਲ ਦੀ ਬੇਨਤੀ ਕਰਦਾ ਹੁੰਦਾ, ਅਸੀਂ ਹੋਰ ਕਿੰਨੇ ਕੰਮ ਸਿਖਾਉਂਦੇ ਹਾਂ ਵੀ ਵਿਹਲਾ ਤੇ ਡਰਾਇੰਗ ਸਿੱਖ ਲਾ, ਵਿਹਲਾ ਤੇ ਸੰਗੀਤ ਸਿੱਖ ਲਾ, ਵਿਹਲਾ ਤੇ ਉਹ ਸਿੱਖ ਲਾ। ਉਹ ਵਿਹਲਾ ਤੇ ਉਹਨੂੰ ਦਸਤਾਰ ਬੰਨ੍ਹਣੀ ਕਿਉਂ ਨਹੀਂ ਸਿਖਾਉਂਦੇ ਆਪਾਂ? ਦਸਤਾਰ ਸਜਾਉਣੀ ਆਵੇ ਨਾ ਉਹਨੂੰ। ਦਸਤਾਰ ਦਾ ਮਤਲਬ ਸਿਰਫ ਇਹ ਨਹੀਂ ਵੀ ਜਿੱਦਾਂ ਦੀ ਅਸੀਂ ਦਸਤਾਰ ਸਜਾਉਂਦੇ ਹਾਂ, ਗੋਲ ਦਸਤਾਰ ਹੋਵੇ, ਦੁਮਾਲਾ ਹੋਵੇ, ਕੁਝ ਵੀ ਹੋਵੇ, ਇਹ ਸਾਡੇ ਲਈ ਜ਼ਰੂਰੀ ਹੈ। ਕੇਸਾਂ ਨੂੰ ਸੰਭਾਲਣਾ ਅਤੇ ਕੇਸਾਂ ਦੀ ਸੰਭਾਲ ਦੇ ਲਈ ਜਿਹੜੀਆਂ ਵੀ ਚੀਜ਼ਾਂ ਨੇ ਸਾਨੂੰ ਉਹਨਾਂ ਦੀ ਵਰਤੋਂ। ਫਿਰ ਦੂਸਰਾ ਪਾਸਾ, ਕੰਘਾ ਸਾਡਾ ਕਕਾਰ ਹੈ। ਕੰਘਾ ਜਿਹੜਾ ਹੈ ਉਹ ਇਸ ਕਰਕੇ ਹੀ ਹੈ, ਜਿੱਦਾਂ ਮੈਂ ਪਹਿਲਾਂ ਆਪ ਜੀ ਦੇ ਅੱਗੇ ਬੇਨਤੀ ਕੀਤੀ ਹੈ ਵੀ ਭਾਈ ਨਾ ਤਾਂ ਅਸੀਂ ਸਿਰ ਦੇ ਵਿੱਚ ਜਟਾਵਾਂ ਬੱਝਣ ਦੇਣੀਆਂ ਨੇ। ਜਿਹਦੇ ਸਿਰ 'ਚ ਕੰਘਾ ਲੱਗਾ ਹੈ ਇਹਦਾ ਮਤਲਬ ਹੈ ਵੀ ਉਹਦੇ ਸਿਰ ਦੇ ਕੇਸ ਜਿਹੜੇ ਉਹ ਅੜੇ ਹੋਏ ਨਹੀਂ ਨੇ। ਪਰ ਕੇਸੀ ਇਸ਼ਨਾਨ ਕਰਦੇ ਆ ਨਾ, ਅਤੇ ਤੁਸੀਂ ਵੇਖੋ ਉਦੋਂ ਵਾਹੁਣੇ ਕਿੰਨੇ ਔਖੇ ਹੋ ਜਾਂਦੇ ਨੇ, ਕਿਉਂਕਿ ਗੰਢਾਂ ਵੱਜ ਜਾਂਦੀਆਂ। ਅਤੇ ਜਿਹਨੇ ਕਦੀ ਵਾਹੇ ਨਾ ਹੋਣਗੇ ਉਹਦੇ ਸਿਰ ਦਾ ਕੀ ਹਾਲ ਹੋ ਗਿਆ ਹੋਵੇਗਾ। ਇਸ ਕਰਕੇ ਕੰਘਾ ਸਾਨੂੰ ਬਖਸ਼ਿਆ ਵੀ ਭਾਈ ਆਲਸੀ ਨਹੀਂ ਹੋਣਾ ਅਸੀਂ। ਜਿਹੜਾ ਦਿਨ ਦੇ ਵਿੱਚ ਸ਼ਾਇਦ ਚਲੋ ਇੱਥੋਂ ਦਾ ਤਾਂ ਮੈਨੂੰ ਬਹੁਤਾ ਪਤਾ ਨਹੀਂ, ਪਰ ਅਸੀਂ ਕਦੀ ਵੇਖਦੇ ਹਾਂ ਕਈ ਨਾ ਬੰਦੇ ਬੜੇ ਆਲਸੀ ਹੁੰਦੇ ਨੇ, ਉਹਨਾਂ ਦਾ ਦਿਨ ਲੰਘ ਜਾਂਦਾ, ਸਿਰ ਹੀ ਨਹੀਂ ਵਾਹੁੰਦੇ ਸਾਰਾ ਦਿਨ, ਕਿਉਂਕਿ ਆਲਸ ਇਹਨਾਂ ਦਾ ਵੀ ਹਾਏ ਕੰਘੀ ਫੜਾਂਗੇ। ਮੈਂ ਪਹਿਲਾਂ ਵੀ ਗੱਲਾਂ ਕੀਤੀਆਂ ਨੇ, ਕਿਉਂਕਿ ਇਹ ਵਿਸ਼ੇ ਆਉਂਦੇ ਨੇ ਇਸ ਕਰਕੇ ਜ਼ਰੂਰੀ ਹੋ ਜਾਂਦੀਆਂ ਨੇ ਸਾਡੇ ਲਈ। ਸਵੇਰੇ ਉੱਠਦਿਆਂ ਸਾਡਾ ਪਹਿਲਾ ਕੰਮ ਹੀ ਸਾਡੇ ਕੇਸਾਂ ਨੂੰ ਕੰਘੀ ਕਰਨ ਦਾ ਹੋਣਾ ਚਾਹੀਦਾ ਹੈ। ਅਤੇ ਮੈਂ ਆਪ ਜੀ ਦੇ ਅੱਗੇ ਗੱਲ ਰੱਖ ਦੇਵਾਂ, ਚਾਹੇ ਇਹਨੂੰ ਪ੍ਰੈਕਟੀਕਲ ਕਰਕੇ ਵੇਖ ਲੈਣਾ। ਕਿੰਨੀ ਵੀ ਸੁਸਤੀ ਪਈ ਹੋਈ ਹੈ, ਆਲਸ ਮਹਿਸੂਸ ਹੋ ਰਿਹਾ ਹੈ, ਸਿਰ ਦੇ ਵਿੱਚ 1-1.5 ਮਿੰਟ ਕੰਘਾ ਫੇਰ ਲਓ। ਤੁਸੀਂ ਸਿਰ ਦੇ ਵਿੱਚ ਇੱਕ ਵਾਰ ਕੰਘਾ ਕਰ ਲਓ, ਤੁਹਾਡੀਆਂ ਆਪਣੇ ਆਪ ਹੀ ਜਿਹੜੀ ਸੁਸਤੀ ਹੈ ਨਾ ਉਹ ਉਤਰ ਜਾਵੇਗੀ, ਘਟ ਜਾਵੇਗੀ। ਇਹਨੂੰ ਪ੍ਰੈਕਟੀਕਲ ਕਰਕੇ ਵੇਖਣਾ, ਕਿਸੇ ਹੋਰ ਕੋਈ ਬੋਲੇਗਾ ਤਾਂ ਯਕੀਨ ਜਿਹਾ ਨਹੀਂ ਆਵੇ। ਕਿੰਨੀ ਵੀ ਥਕਾਵਟ ਹੈ, ਦੌੜ ਭੱਜ ਹੈ, ਇੱਕ ਵਾਰ ਬਸ ਸਿਰ ਦੇ ਵਿੱਚ ਕੰਘਾ ਕਰ ਲਿਆ ਜਾਵੇ। ਔਰ ਇਸੇ ਕਰਕੇ ਸਾਡੇ ਵਿੱਚ ਇਹ ਵਿਧਾਨ ਸੀ, ਕੰਘਾ ਦੋਨੋਂ ਵਕਤ ਕਰ, 2 ਵੇਲੇ ਸਿਰ ਵਾਹੁਣਾ, 2 ਵੇਲੇ ਕੇਸ ਕਰਨੇ। ਇਹ ਨਹੀਂ ਵੀ ਇੱਕੋ ਵਾਰੀ ਬਸ ਸਿਰ ਵਾਹ ਲਿਆ ਤਾਂ ਗੱਲ ਖਤਮ ਹੋ ਗਈ। ਵੈਸੇ ਤਾਂ ਜਿਹੜੇ ਬੰਦੇ ਦੇ ਕੋਲ ਕੰਘਾ ਹੈ ਉਹ ਦਿਨ ਦੇ ਵਿੱਚ 5 ਵਾਰ ਵੀ ਵਾਹ ਸਕਦਾ ਹੈ। ਹੁਣ ਜਿਹਨੇ ਕੰਘਾ ਦੂਰੋਂ ਫੜਨ ਜਾਣਾ ਉਹਨੇ ਤੇ ਆਲਸ ਹੀ ਕਰਨਾ ਵੀ ਛੱਡ ਪਰਾਂ ਕੀ ਫੜਨ ਜਾਵਾਂਗੇ।
ਇਸ ਕਰਕੇ ਕੰਘਾ ਜਿਹੜਾ ਹੈ ਉਹ ਕੇਸਾਂ ਦੀ ਸੰਭਾਲ ਦੇ ਲਈ, ਤੇ ਇਹ ਵੀ ਆਪ ਜੀ ਚਲੋ ਕਿਉਂਕਿ ਇੰਟਰਨੈਟ ਤੋਂ ਜ਼ਿਆਦਾ ਵਰਤਣ ਵਾਲੇ ਬੰਦੇ ਜੇ, ਤੁਸੀਂ ਇਸ ਗੱਲ ਨੂੰ ਵੇਖ ਲੈਣਾ ਵੀ ਲੱਕੜ ਦਾ ਕੰਘਾ ਜ਼ਿਆਦਾ ਵਧੀਆ ਕਿ ਪਲਾਸਟਿਕ ਦਾ ਕੰਘਾ ਜ਼ਿਆਦਾ ਵਧੀਆ ਹੈ। ਉਹਦਾ ਕਾਰਨ ਸਭ ਤੋਂ ਵੱਡਾ ਹੁੰਦਾ ਵੀ ਲੱਕੜ ਇੱਕ ਤੇ ਜਿਹੜੀ ਵੂਡਨ ਹੈ ਉਹ ਨੈਚੁਰਲ ਹੈ, ਦੂਸਰਾ ਪਾਸਾ ਇਹ ਹੈ ਵੀ ਪਹਿਲਾਂ ਲੋਕਾਂ ਦੇ ਕੋਲ ਪਲਾਸਟਿਕ ਦੀਆਂ ਚੀਜ਼ਾਂ ਹੁੰਦੀਆਂ ਘੱਟ ਸੀ, ਲੱਕੜ ਜ਼ਿਆਦਾ ਹੁੰਦੀ ਸੀ, ਅਤੇ ਲੱਕੜ ਤੋਂ ਹੀ ਤਿਆਰ ਕੀਤਾ ਜਾਂਦਾ ਸੀ ਕੰਘਾ। ਔਰ ਇਸੇ ਕਰਕੇ ਵਿਧਾਨ ਦੇ ਵਿੱਚ ਉਹੀ ਆ ਵੀ ਕੋਸ਼ਿਸ਼ ਕਰੋ ਲੱਕੜ ਦੀ ਕੰਘੀ ਵਰਤੋ, ਚਾਹੇ ਵੱਡੀ ਵਰਤੋ ਚਾਹੇ ਛੋਟੀ ਵਰਤੋ। ਉਹ ਬਾਅਦ ਦੀਆਂ ਗੱਲਾਂ ਨੇ, ਪਰ ਵਰਤਣਾ ਹੈ ਜ਼ਰੂਰ। ਸਾਡੇ ਕੇਸਾਂ ਦੇ ਵਿੱਚ ਕੰਘਾ ਲੱਗਾ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਕੇਸਾਂ ਦੀ ਸੰਭਾਲ ਕਰ ਸਕੀਏ, ਇਹਦੇ ਵਿੱਚ ਅਟਕ ਨਾ ਹੋਵੇ, ਸਾਡੇ ਕੇਸ ਬਿਲਕੁਲ ਨਰੋਏ ਹੋਣ, ਚੰਗੇ ਹੋਣ। ਕੰਘਾ ਇਸ ਕਰਕੇ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ, ਇਹ ਸਾਡੇ ਵਿਧਾਨ ਦਾ ਹੈ। ਔਰ ਈਵਨ ਕਿ ਜਿਹਨਾਂ ਬੰਦਿਆਂ ਨੇ ਅੰਮ੍ਰਿਤ ਨਹੀਂ ਵੀ ਛਕਿਆ ਉਹਨਾਂ ਦੇ ਲਈ ਵੀ ਇਹ ਓਨਾ ਹੀ ਵਿਧਾਨ ਜ਼ਰੂਰੀ ਹੈ। ਘਰੋਂ ਕਿਤੇ ਬਾਹਰ ਗਏ ਹੋਏ ਹਾਂ, 2 ਦਿਨ ਲਈ ਬਾਹਰ ਚਲੇ ਗਏ ਹਾਂ, ਅਤੇ ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਕਿਸੇ ਨੂੰ ਕਹਿੰਦੇ ਫਿਰਾਂਗੇ ਵੀ ਲਿਆਓ ਭਾਈ ਸਾਡੇ ਲਈ ਆਹ ਚੀਜ਼ਾਂ ਲੈ ਕੇ ਆਓ। ਸਾਡੇ ਸਿਰ ਦੇ ਵਿੱਚ ਹੋਣਾ ਚਾਹੀਦਾ ਹੈ। ਰਸਤੇ ਦੇ ਵਿੱਚ ਕੁਝ ਵਾਪਰ ਜਾਵੇ, ਸਾਨੂੰ ਦਸਤਾਰ ਬੰਨ੍ਹਣ ਦੀ ਇਜਾਜ਼ਤ ਅਤੇ ਸਾਨੂੰ ਕੰਘਾ ਕਰਨ ਦੀ ਇਜਾਜ਼ਤ ਘੱਟੋ ਘੱਟ ਹੋਣੀ ਚਾਹੀਦੀ ਹੈ। ਇਸ ਕਰਕੇ ਕੰਘਾ, ਅਤੇ ਕੰਘਾ ਸਿਰ ਦੇ ਨਾਲ ਕੇਸਾਂ ਦੇ ਨਾਲ ਹੋਵੇ, ਇਹ ਕੇਸਾਂ ਦਾ ਕਕਾਰ ਹੈ, ਇਹ ਕੇਸਾਂ ਦੇ ਨਾਲ ਜ਼ਰੂਰੀ ਹੈ। ਇਹਨੂੰ ਥੋੜ੍ਹਾ ਜਿਹਾ ਤੁਹਾਨੂੰ ਬੁਰਾ ਲੱਗ ਸਕਦਾ ਕਿਉਂਕਿ ਥੋੜ੍ਹੇ ਜਿਹੇ ਢਿੱਲੇ ਹੋ ਗਏ ਅਸੀਂ ਰਹਿਤ ਦੇ ਵਿੱਚ। ਇਹ ਨਹੀਂ ਵੀ ਆਪ ਮੈਂ ਇੱਥੇ ਬੈਠਾ ਹੋਵਾਂ ਤਾਂ ਕੰਘਾ ਮੇਰਾ ਘਰ ਪਿਆ ਹੋਵੇ, ਨਹੀਂ, ਇੱਦਾਂ ਨਹੀਂ। 5 ਕਕਾਰੀ ਹੋਣ ਦਾ ਮਤਲਬ ਇਹ ਕੀ ਹੈ ਵੀ ਇਹਦੇ ਕੋਲ 5 ਕਕਾਰ ਹਰ ਵੇਲੇ ਹੈ ਨੇ, ਅਤੇ ਜੇ ਕੰਘਾ ਕਮਰੇ 'ਚ ਹੈ ਅਤੇ ਜੇ ਕੰਘਾ ਗੁਰਦੁਆਰੇ ਤੋਂ ਬਾਹਰ ਕਿਤੇ ਪਿਆ ਹੋਇਆ ਤਾਂ ਫਿਰ 5 ਕਿੱਥੇ ਹੋ ਗਏ, ਫਿਰ ਤਾਂ 4 ਤਾਂ ਇਹੋ ਹੀ ਹੋ ਗਏ। ਇਹਨੂੰ ਕਿਰਪਾਨ ਦੇ ਨਾਲ ਵੀ ਨਹੀਂ ਬੰਨਣਾ। ਕਿਰਪਾਨ ਦੇ ਨਾਲ ਬੰਨਾਂਗੇ ਅਤੇ ਫਿਰ ਵਾਵਾਂਗੇ ਕਿੱਦਾਂ? ਕਈਆਂ ਦੇ ਤਾਂ ਪੱਕੇ ਵੱਜੇ ਰਹਿ ਜਾਂਦੇ ਨੇ ਨਾ, ਉਹ ਪੱਕੇ ਵੱਜੇ ਹੋਏ ਨੇ ਅਤੇ ਉੱਦਾਂ ਕੰਘੀਆਂ ਹੋਰ ਲਈਆਂ ਹੋਈਆਂ ਨੇ। ਇਹੋ ਜਿਹੇ ਢਿੱਲੇ ਨਹੀਂ ਕਰਨਾ ਆਪਾਂ। ਜੇ ਮੈਂ ਫਿਰ ਬੇਨਤੀ ਕਰ ਦੇਵਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹਾਂ, ਥੋੜ੍ਹੇ ਜਿਹੇ ਤਕੜੇ ਹੋਣਾ ਹੀ ਪੈਣਾ। ਜੇ ਆਪਾਂ ਨੂੰ ਕਹੀ ਜਾਂਦੇ ਵੀ ਆਪਾਂ ਸਿਪਾਹੀ ਹਾਂ ਜੀ, ਸਿਪਾਹੀ ਹਾਂ, ਅਤੇ ਸਿਪਾਹੀ ਐਡਾ ਆਲਸੀ ਹੋਵੇ ਵੀ ਸਿਪਾਹੀ ਦਾ ਇੱਕ ਕਕਾਰ ਜਿਹੜਾ ਘਰ ਹੀ ਪਿਆ ਹੋਵੇ ਅਤੇ ਆਪ ਸਿਪਾਹੀ ਕਕਾਰਾਂ ਤੋਂ ਬਿਨਾਂ ਤੁਰਿਆ ਫਿਰਦਾ ਹੋਵੇ, ਇੱਦਾਂ ਨਹੀਂ ਹੋ ਸਕਦਾ। ਕੰਘਾ ਕੇਸਾਂ ਦੇ ਲਈ ਅਤੇ ਕੇਸਾਂ ਦੇ ਵਿੱਚ ਲੱਗਾ ਹੋਵੇ। ਈਵਨ ਕਿ ਬੀਬੀ ਹੈ, ਪੁਰਸ਼ ਹੈ, ਉਹਨਾਂ ਦੋਵਾਂ ਦੇ ਲਈ। ਕਿਸੇ ਵੇਲੇ ਸਾਨੂੰ ਇੰਝ ਲੱਗਦਾ ਨਾ ਵੀ ਚਲੋ ਵੀ ਬੰਦਿਆਂ ਨੇ ਤੇ ਜਿਹੜੇ ਕੰਘੇ ਲਾਏ ਨੇ ਉਹਨਾਂ ਤੇ ਦਸਤਾਰਾਂ ਬੰਨ੍ਹ ਲਈਆਂ ਅਤੇ ਕੰਘੇ ਡਿੱਗਦੇ ਨੇ, ਬੀਬੀਆਂ ਨੂੰ ਲੱਗਦਾ ਵੀ ਕੰਘੇ ਡਿੱਗਦੇ ਬੜੇ ਨੇ। ਇਹ ਥੋੜ੍ਹਾ ਜਿਹਾ ਨਾ ਸਾਨੂੰ ਇੰਝ ਵਹਿਮ ਜਿਹਾ ਹੈ। ਆਪ ਦੀ ਥੋੜ੍ਹੀ ਜਿਹੀ ਪ੍ਰੈਕਟਿਸ ਕਰੋਗੇ ਠੀਕ ਹੋ ਜਾਵੇਗਾ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਥੋੜ੍ਹੀ ਜਿਹੀ ਪ੍ਰੈਕਟਿਸ ਕਰੋਗੇ ਨਾ ਕੰਘਾ ਲਾਉਣ ਦੀ, ਅਤੇ ਉਹਨੂੰ ਕਿੱਦਾਂ ਲਾਉਣਾ ਹੈ ਆਪਣੇ ਆਪ ਹੀ ਲੱਗ ਜਾਂਦਾ ਹੈ। ਇਹ ਬੜੀ ਵਧੀਆ ਸਾਨੂੰ ਸਮਝ ਲੱਗ ਜਾਵੇਗੀ। ਕੰਘਾ ਕੇਸਾਂ ਦੀ ਸੰਭਾਲ ਦੇ ਲਈ। ਫਿਰ ਸਾਡਾ ਕੜਾ ਹੈ। ਅਨੰਦਪੁਰ ਸਾਹਿਬ ਵੇਲੇ ਦੀ ਇੱਕ ਘਟਨਾ ਹੈ ਅਤੇ ਉਹਦੇ ਵਿੱਚ ਇੱਕ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਸ਼ਨੀਵਾਰ ਦਾ ਦਿਨ ਸੀ, ਅਤੇ ਅਕਸਰ ਤੁਸੀਂ ਇੱਥੇ ਵੇਖਦੇ ਜੇ ਤੁਹਾਡੇ ਆਲੇ ਦੁਆਲੇ ਕਿੰਨਾ ਜ਼ਿਆਦਾ ਪ੍ਰਭਾਵ ਹੈ ਵੀ ਸ਼ਨੀਵਾਰ ਨੂੰ ਉਹ ਜਿਹੜਾ ਸ਼ਨੀ ਦੇਵਤਾ ਹੁੰਦਾ ਹੈ ਉਹਦੀ ਲੋਕ ਕਿੱਦਾਂ ਦੀ ਪੂਜਾ ਕਰਦੇ ਨੇ। ਕੋਈ ਉਹਨੂੰ ਤੇਲ ਪਾ ਰਿਹਾ ਹੈ, ਉਹ ਫਿਰ ਕੀ ਕਰਦਾ ਹੈ, ਉਹ ਲਗਭਗ ਨਿੰਬੂ ਮਿਰਚਾਂ ਪਾ ਕੇ ਤੇ ਹਰ ਇੱਕ ਘਰ ਦੇ ਦਰਵਾਜ਼ੇ ਦੇ ਉੱਤੇ ਬੰਨ੍ਹੀ ਜਾਂਦਾ। ਕਈਆਂ ਦੀਆਂ ਗੱਡੀਆਂ 'ਤੇ ਬੰਨ੍ਹ ਗਿਆ, ਕਈਆਂ ਦੀਆਂ ਬਾਈਕਸ 'ਤੇ ਬੰਨ੍ਹ ਗਿਆ, ਕਈਆਂ ਦੀਆਂ ਦੁਕਾਨਾਂ 'ਤੇ ਬੰਨ੍ਹ ਗਿਆ। ਉਹਨੇ ਕੀ ਕੀਤਾ, ਉਹਨੇ ਮਤਲਬ ਕੱਲਾ ਆਪਣਾ ਗ੍ਰਾਹਕ ਬਣਾ ਲਿਆ ਵੀ ਇਹ ਵੀ ਮੇਰੇ ਗ੍ਰਾਹਕ ਨੇ। ਕਿੰਨੇ ਆਉਂਦੇ ਨੇ ਸ਼ਨੀਵਾਰ, ਕੋਈ ਤੇਲ ਪਾ ਰਿਹਾ ਉਹਨੂੰ, ਕਿਉਂਕਿ ਉਹਦੀ ਮੰਨਿਆ ਜਾਂਦਾ ਵੀ ਸ਼ਨੀ ਦੀ ਪੂਜਾ ਇੱਦਾਂ ਹੁੰਦੀ ਹੈ। ਅਨੰਦਪੁਰ ਸਾਹਿਬ ਦੇ ਵਿੱਚ ਇੱਦਾਂ ਕਹਿੰਦੇ ਇੱਕ ਵਾਰ ਵਾਪਰਿਆ ਵੀ ਉਹ ਆਇਆ ਅਤੇ ਆ ਕੇ ਦਕਸ਼ਣਾ ਮੰਗਣ ਲੱਗ ਪਿਆ ਵੀ ਸਾਨੂੰ ਕੋਈ ਚੀਜ਼ਾਂ ਪਾਓ। ਅਕਸਰ ਸਾਡੇ ਘਰਾਂ ਦੇ ਦਰਵਾਜ਼ੇ ਖੜਕਾ ਦਿੰਦੇ ਹੋਣਗੇ ਨਾ। ਅਤੇ ਇੱਕ ਪਾਸੇ ਤੋਂ ਇਹਦਾ ਮੈਂ ਦੂਸਰੀ ਪਾਸੇ ਦੀ ਗੱਲ ਆਪ ਜੀ ਦੇ ਅੱਗੇ ਰੱਖਾਂਗਾ, ਪਹਿਲਾਂ ਚਲੋ ਆਪਾਂ ਗੱਲ ਨੂੰ ਕੰਪਲੀਟ ਕਰ ਲਈਏ। ਅਤੇ ਮਹਾਰਾਜ ਨੇ ਕੀ ਕੀਤਾ ਵੀ ਚਲੋ ਸਿੱਖਾਂ ਨੂੰ ਪਰਖਣ ਦੀ ਖਾਤਰ ਜਾਂ ਕਿਸੇ ਕੌਤਕ ਦੀ ਖਾਤਰ ਉਹਨੂੰ ਕੁਝ ਦਾਲ ਦੇ ਦਿੱਤੀ ਅਤੇ ਕੁਝ ਉਹਨੂੰ ਲੋਹਾ ਜਿਹੜਾ ਸੀ ਉਹ ਦਾਨ ਕਰ ਦਿੱਤਾ। ਹੁਣ ਮਹਾਰਾਜ ਇਸ ਗੱਲ ਦੇ ਵਿੱਚ ਯਕੀਨ ਨਹੀਂ ਰੱਖਦੇ ਵੀ ਇਹਨੂੰ ਦਾਨ ਕਰਕੇ ਤਾਂ ਕੁਝ ਮਿਲੇਗਾ। ਸਿਰਫ ਇੱਕ ਖੇਡ ਵਰਤਾਉਣੀ ਸੀ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਭਾਈ ਤੁਸੀਂ ਵਹਿਮਾਂ ਭਰਮਾਂ 'ਚੋਂ ਨਿਕਲਣਾ ਹੈ, ਕਿ ਉਹ ਨਿਕਲਦੇ ਵੀ ਹੈ ਨੇ ਕਿ ਨਹੀਂ ਨਿਕਲਦੇ। ਜਿੱਦਾਂ ਟੀਚਰ ਸਾਰਾ ਸਾਲ ਕਲਾਸ ਲਾਉਂਦਾ ਰਹਿੰਦਾ ਹੈ ਅਤੇ ਬਾਅਦ ਦੇ ਵਿੱਚ ਇਗਜ਼ਾਮ ਪਾ ਦਿੰਦਾ ਹੈ ਵੀ ਭਾਈ ਇਹ ਜਦੋਂ ਇਹਨੂੰ ਪੜ੍ਹਾਇਆ ਹੈ ਉਹਦੇ ਵਿੱਚੋਂ ਨਿਕਲ ਵੀ ਸਕਦੇ ਨੇ ਕਿ ਨਹੀਂ, ਉਹਨਾਂ ਨੂੰ ਸਮਝ ਵੀ ਆਈ ਹੈ ਕਿ ਨਹੀਂ। ਇੱਦਾਂ ਮਹਾਰਾਜ ਕਿਤੇ ਇਗਜ਼ਾਮ ਵੀ ਪਾ ਦਿੰਦੇ ਹੁੰਦੇ ਸੀ। ਅਤੇ ਹੁਣ ਜਦੋਂ ਉਹ ਲੈ ਕੇ ਕੁਝ ਆਪਣਾ ਦਾਨ ਦਾਲਾਂ ਜਾਂ ਹੋਰ ਚੀਜ਼ਾਂ ਲੈ ਕੇ ਬਾਹਰ ਨਿਕਲਿਆ ਅਤੇ ਸਿੱਖਾਂ ਨੇ ਉਹਨੂੰ ਰੋਕ ਲਿਆ, ਅਤੇ ਮਹਾਰਾਜ ਨੇ ਉਹਨੂੰ ਜਿਹੜਾ ਦਾਨ ਪਾਇਆ ਸੀ ਉਹਨਾਂ ਨੇ ਉਹ ਦਾਲ ਉਹ ਲੰਗਰ ਦੇ ਵਿੱਚ ਪਾ ਦਿੱਤੀ। ਉਹ ਤੇਲ ਦੇ ਨਾਲ ਕਹਿੰਦੇ ਵੜੇ ਬਣਾ ਕੇ ਅਤੇ ਸੰਗਤ ਦੇ ਵਿੱਚ ਵਰਤਾ ਦਿੱਤੇ। ਉਹ ਵਾਰ-ਵਾਰ ਬੋਲਦਾ ਰਿਹਾ ਵੀ ਤੁਸੀਂ ਦਾਨ ਜਿਹੜਾ ਹੈ ਉਹਨੂੰ ਫੜਿਆ ਹੈ, ਤੁਹਾਨੂੰ ਪਚੇਗਾ ਨਹੀਂ, ਕਿਉਂਕਿ ਉਹਨੂੰ ਲੱਗਦਾ ਵੀ ਦਾਨ ਸਿਰਫ ਪੰਡਤ ਨੂੰ ਪਚ ਸਕਦਾ, ਦਾਨ ਆਮ ਬੰਦਾ ਨਹੀਂ ਖਾ ਸਕਦਾ। ਤੁਸੀਂ ਕਿਤੇ ਵੇਖਿਓ ਲੋਕ ਡਰਦੇ ਨੇ ਵੀ ਆਹ ਚੀਜ਼ ਨਹੀਂ ਅਸੀਂ ਖਾੜੀ। ਕਿਉਂ? ਕਿਉਂਕਿ ਲੋਕਾਂ ਦੇ ਮਨਾਂ 'ਚ ਡਰ ਹੀ ਇੰਨਾ ਪਾ ਦਿੱਤਾ ਗਿਆ ਵੀ ਭਾਈ ਹੋਰ ਕੋਈ ਖਾਵੇਗਾ ਤਾਂ ਉਹਨੂੰ ਪਚਣਾ ਨਹੀਂ, ਇਹਨੂੰ ਇਕੱਲਾ ਪੰਡਿਤ ਹੀ ਪਚਾ ਸਕਦਾ। ਜਿਹੜਾ ਗੱਲ ਪੰਡਿਤ ਪਚਾ ਸਕਦਾ ਹੈ ਉਹਨੂੰ ਬਾਕੀ ਕਿਉਂ ਨਹੀਂ ਪਚਾ ਸਕਦੇ, ਉਹਨੂੰ ਤੁਸੀਂ ਕਿਉਂ ਨਹੀਂ ਪਚਾ ਸਕਦੇ?
ਤੇ ਵਹਿਮ ਪਾਇਆ ਹੋਇਆ ਵੀ ਨਹੀਂ ਪਹਿਲਾਂ ਸਾਨੂੰ ਸੁਪੀਰੀਅਰ ਬਣਾ ਕੇ ਰੱਖਣਾ ਹੈ, ਇਸ ਕਰਕੇ ਤੁਸੀਂ ਨਹੀਂ ਪਹੁੰਚਾ ਸਕਦੇ। ਹੁਣ ਉੱਥੇ ਜਿਹੜਾ ਉਹ ਲੋਹਾ ਦਾਨ ਕੀਤਾ ਸੀ ਉਹ ਲੋਹਗੜ੍ਹ ਦੇ ਕਿਲ੍ਹੇ ਦੇ ਵਿੱਚ ਚਲਾ ਗਿਆ, ਉੱਥੋਂ ਸ਼ਸਤਰ ਤਿਆਰ ਕੀਤੇ ਗਏ ਅਤੇ ਕੜਾ ਜਿਹੜਾ ਹੈ ਉਹ ਉਦੋਂ ਸਾਡੇ ਕੋਲ ਆਇਆ। ਅਤੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਹੁੰਦੇ ਵੀ ਕੜਾ ਅਸਲ ਦੇ ਵਿੱਚ ਹੈ ਕੀ ਹੈ। ਕੜਾ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਟਰਾਫੀ ਮਿਲੀ ਹੋਈ ਹੈ। ਕੜੇ ਦਾ ਮਤਲਬ ਇਹ ਹੈ ਵੀ ਵਹਿਮੀ ਨਹੀਂ ਹੈ ਸਿੱਖ। ਇਹ ਕੜਾ ਸਿਰਫ ਇੱਦਾਂ ਨਹੀਂ ਹੈ ਵੀ ਬਸ ਰਿੰਗ ਪਾ ਲਿਆ ਅਤੇ ਗੱਲ ਖਤਮ ਹੋ ਗਈ ਹੈ, ਵੀ ਬਸ ਆਪਾਂ ਇੱਕ ਲੋਹੇ ਦਾ ਸ਼ਸਤਰ ਪਾ ਲਿਆ ਅਤੇ ਗੱਲ ਖਤਮ ਹੋ ਗਈ ਹੈ। ਨਹੀਂ, ਕੜੇ ਦਾ ਉਹਦੇ ਪਿੱਛੇ ਇੱਕ ਮਾਨਸਿਕਤਾ ਹੈ ਵੀ ਜਿਹਨੇ ਇਹ ਕੜਾ ਪਾਇਆ ਹੈ ਉਹਨੂੰ ਹੋਰ ਕਿਸੇ ਵਹਿਮ ਦੇ ਵਿੱਚ ਡੁੱਬਣ ਦੀ ਲੋੜ ਨਹੀਂ ਹੈ। ਬੁਰਾ ਨਾ ਮਨਾਇਓ, ਉਹਨੂੰ ਕਿਸੇ ਧਾਗੇ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਨਗ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਰੱਖ ਦੀ ਲੋੜ ਨਹੀਂ ਹੈ, ਉਹਨੂੰ ਕਿਸੇ ਜੰਤਰ ਮੰਤਰ ਦੀ ਲੋੜ ਨਹੀਂ ਹੈ ਜਿਹਨੇ ਕੜਾ ਪਾਇਆ ਹੋਇਆ ਹੈ। ਤਾਂ ਜਿਹੜਾ ਕੜਾ ਪਾ ਕੇ ਏਡੇ ਏਡੇ ਧਾਗੇ ਬਾਹਾਂ 'ਤੇ ਬੰਨ੍ਹੀ ਫਿਰਦਾ ਹੈ ਉਹਨੇ ਕੜੇ ਨੂੰ ਸਮਝਿਆ ਹੀ ਨਹੀਂ ਵੀ ਕੜਾ ਹੈ ਕੀ ਹੈ ਅਸਲ ਦੇ ਵਿੱਚ। ਕੜੇ ਦਾ ਮਤਲਬ ਹੈ ਵੀ ਸਾਨੂੰ ਕੋਈ ਵਹਿਮ ਨਹੀਂ ਹੈ। ਜਿਹੜਾ ਸਿੱਖ ਹੋ ਕੇ ਕੜੇ ਪਾ ਕੇ ਕਈਆਂ ਤਰੀਕਿਆਂ ਦੇ ਵਹਿਮ ਕਰਦਾ ਫਿਰਦਾ ਹੈ ਉਹਦੇ ਲਈ ਸਿਰਫ ਇਹ ਇੱਕ ਲੋਹੇ ਦਾ ਸ਼ਸਤਰ ਹੈ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ। ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਇਸ ਕਰਕੇ ਕੜਾ ਸਾਨੂੰ ਇੱਕ ਗੱਲ ਚੇਤੇ ਕਰਾਉਂਦਾ ਵੀ ਭਾਈ ਵਹਿਮ ਨਹੀਂ ਕਰਨਾ। ਦੂਸਰੇ ਨੰਬਰ ਦੇ ਉੱਤੇ ਜਦੋਂ ਵੀ ਅਸੀਂ ਕੋਈ ਕੰਮ ਕਰਾਂਗੇ ਸਾਨੂੰ ਚੇਤਾ ਹੋਵੇ, ਵੇਖੋ ਅਸੀਂ ਸਾਡੇ ਘਰ ਦੇ ਵਿੱਚ ਨਾ ਲੋਹਾ ਵੈਸੇ ਪ੍ਰਤੀਕ ਮੰਨਿਆ ਜਾਂਦਾ ਹੈ ਤਾਕਤ ਦਾ। ਸਾਡੇ ਘਰ ਦੇ ਵਿੱਚ ਛੋਟੇ ਹੀ ਬੱਚੇ ਹੁੰਦੇ ਨੇ ਅਤੇ ਆਪਾਂ ਵੇਖਦੇ ਹਾਂ ਨਾ ਵੀ ਛੋਟੇ ਬੱਚਿਆਂ ਨੂੰ ਕੜਾ ਪਾ ਦਿੱਤਾ ਜਾਂਦਾ ਹੈ, ਇੱਕ ਪ੍ਰਤੀਕ ਹੈ। ਕਿੰਨਾ ਟਰੈਂਡ ਦੇ ਵਿੱਚ ਆਇਆ ਇਸ ਗੱਲ ਨੂੰ। ਕੜੇ ਵਾਲੇ ਪਾਸੇ ਤੋਂ ਵੇਖੋ ਕਿੰਨੇ, ਭਾਵੇਂ ਕੋਈ ਸਿੱਖ ਹੈ ਜਾਂ ਗੈਰ ਸਿੱਖ ਹੈ, ਕੋਈ ਵੀ ਹੈ, ਕੜੇ ਕਿੰਨੇ ਜਾਣੇ ਪਾਉਂਦੇ ਨੇ। ਪਰ ਉਸ ਕੜੇ ਦਾ ਮਤਲਬ ਭਾਈ ਇਹ ਹੈ ਵੀ ਜਿੰਨੇ ਵੀ ਇਹ ਪਾਇਆ ਹੈ ਉਹ ਵਹਿਮੀ ਨਾ ਹੋਵੇ, ਉਹਨੂੰ ਵਹਿਮ ਭਰਮ ਨਾ ਲੱਗੇ ਹੋਣ। ਇਹ ਨਾ ਹੋਵੇ ਵੀ ਉਹਨੂੰ ਉੱਦਾਂ ਪੂਰਾ ਵਹਿਮਾਂ ਦੇ ਵਿੱਚ ਡਿੱਗਾ ਹੋਵੇ ਅਤੇ ਫਿਰ ਵੀ ਕੜਾ ਪਾਇਆ ਹੋਵੇ, ਉਹ ਫਿਰ ਕੜਾ ਪਾਇਆ ਬਹੁਤਾ ਮਾਣ ਜਿਹਾ ਨਹੀਂ ਰਹਿ ਜਾਂਦਾ। ਕੇਸਾਧਾਰੀ ਦੀ ਤਾਂ ਖਾਸ ਕਰਕੇ ਹੈ ਵੀ ਭਾਈ ਕੜੇ ਤੋਂ ਬਿਨਾਂ ਹੋਰ ਕੁਝ ਨਹੀਂ ਪਾਉਣਾ, ਔਰ ਸਰਬਲੋਹ ਦਾ ਕੜਾ, ਇਹ ਇਸ ਕਰਕੇ ਜ਼ਰੂਰੀ ਗੱਲ ਹੈ। ਫਿਰ ਸਾਡਾ ਜਿਹੜਾ ਚੌਥਾ ਕਕਾਰ ਹੈ ਸਾਡੀ ਕਿਰਪਾਨ ਹੈ। ਕਿਰਪਾਨ ਕਿਹਦੇ ਹੱਥ ਦੇ ਵਿੱਚ ਹੁੰਦੀ ਹੈ? ਆਮ ਕਰਕੇ ਤੇ ਕਿਰਪਾਨ ਉਹ ਵਰਤੇਗਾ ਜਿਹੜਾ ਸ਼ਸਤਰਧਾਰੀ ਹੈ, ਜਿਨ੍ਹਾਂ ਨੂੰ ਇੰਝ ਲੱਗਦਾ ਨਾ ਵੀ ਭਾਈ ਇਹ ਤਾਂ ਹਥਿਆਰ ਹੈ ਅਤੇ ਇਹਦੀ ਤਾਂ ਲੋੜ ਨਹੀਂ ਹੈ ਅੱਜ। ਉਹ ਥੋੜ੍ਹਾ ਜਿਹਾ ਤੁਸੀਂ ਇਸ ਗੱਲ ਨੂੰ ਸੋਚ ਕੇ ਵੇਖੋ ਵੀ ਸਾਡੀ ਜਿਹੜੀ ਗੌਰਮੈਂਟ ਹੈ ਜਾਂ ਜਿਹੜੀ ਕੋਈ ਵੀ ਦੇਸ਼ ਦੀ ਗੌਰਮੈਂਟ ਹੈ, ਆਪਣੀ ਦੇਸ਼ ਦੀ ਡਿਫੈਂਸ ਨੂੰ ਤਗੜਾ ਕਰਨ ਦੇ ਲਈ ਸਭ ਤੋਂ ਜ਼ਿਆਦਾ ਬਜਟ ਉਹਨਾਂ ਦਾ ਉੱਥੇ ਖਰਚ ਹੁੰਦਾ ਹੈ। ਕਿਉਂ? ਕਿਉਂਕਿ ਕੋਈ ਬਾਹਰੋਂ ਹਮਲਾ ਨਾ ਕਰ ਦੇਵੇ। ਫੌਜ ਦੇ ਉੱਤੇ ਕਿੰਨੇ ਪੈਸੇ ਖਰਚ ਹੁੰਦੇ ਨੇ ਤੁਸੀਂ ਬਜਟ ਦੇ ਵਿੱਚੋਂ ਕੱਢ ਕੇ ਵੇਖ ਲੈਣਾ। ਡਿਫੈਂਸ ਨੂੰ ਤਗੜਾ ਕੀਤਾ ਜਾਂਦਾ ਹੈ। ਕੋਈ ਵੀ ਬਾਰਡਰ ਦੇ ਉੱਤੇ ਸੈਨਾ ਖਲੋਤੀ ਹੋਈ ਹੈ, ਕੌਣ ਹੈ ਜਿਹੜੀ ਸ਼ਸਤਰ ਤੋਂ ਬਿਨਾਂ ਖਲੋਤੀ ਹੋਈ ਹੈ? ਸਾਰਿਆਂ ਦੇ ਕੋਲ ਹਥਿਆਰ ਨੇ, ਸਾਰਿਆਂ ਦੇ ਕੋਲ ਆਪਣੇ ਆਪਣੇ ਤਰੀਕੇ ਦੇ ਹਥਿਆਰ ਨੇ। ਹੁਣ ਖਾਲਸੇ ਨੂੰ ਮਹਾਰਾਜ ਨੇ ਕਿਰਪਾਨ ਬਖਸ਼ੀ। ਪਹਿਲੀ ਗੱਲ ਤਾਂ ਉਸ ਵੇਲੇ ਜਿਹੜਾ ਸੂਰਮਾ ਹੁੰਦਾ ਸੀ ਕਿਰਪਾਨ ਸਾਰਿਆਂ ਦੇ ਕੋਲ ਹੀ ਹੁੰਦੀ ਸੀ। ਉਹ ਸੂਰਮਾ ਕਾਹਦਾ ਹੋਇਆ ਜਿਹਦੇ ਕੋਲ ਕਿਰਪਾਨ ਹੀ ਨਾ ਹੋਵੇ? ਕਿਰਪਾਨ ਸਾਰਿਆਂ ਦੇ ਕੋਲ ਹੁੰਦੀ ਸੀ। ਫਿਰ ਇਹਨੂੰ ਚਲਾ ਉਹ ਸਕਦਾ ਹੈ ਜਿਹਦੇ ਅੰਦਰ ਹਿੰਮਤ ਹੈ। ਚਲਾਉਣ ਲਈ ਦਿਲ ਵੀ ਤਾਂ ਚਾਹੀਦਾ ਹੈ ਨਾ। ਕਿਰਪਾਨ ਤਾਂ ਬੜਿਆਂ ਦੇ ਕੋਲ ਹੁੰਦੀ ਹੈ, ਕਈ ਤਾਂ ਵੇਖਦਿਆਂ ਡਰ ਜਾਂਦੇ ਨੇ, ਉਹਨੂੰ ਚਲਾਵੇ ਕੌਣ? ਕਿਰਪਾਨ ਇਸ ਕਰਕੇ ਸਾਨੂੰ ਬਖਸ਼ੀ ਵੀ ਭਾਈ ਤੁਸੀਂ ਕਿਸੇ 'ਤੇ ਜ਼ੁਲਮ ਨਹੀਂ ਕਰਨਾ, ਪਰ ਜੇ ਕੋਈ ਕਰਦਾ ਪਿਆ ਹੈ ਤੁਸੀਂ ਉਹਨੂੰ ਰੋਕਣਾ ਕਿੱਦਾਂ ਹੈ? ਇਹ ਥੋੜ੍ਹਾ ਵੀ ਮੈਂ ਕੋਈ ਇੱਕ ਵਾਰ ਮੈਨੂੰ ਆ ਕੇ ਕੁਝ ਕਵੇ ਅਤੇ ਇੱਕ ਵਾਰ ਤਾਂ ਮੈਂ ਮਾफ़ੀ ਮੰਗ ਲਵਾਂਗਾ ਵੀ ਚੱਲ ਕੋਈ ਨਹੀਂ ਰਹਿਣ ਦਿਓ। ਕੋਈ ਦੂਜੀ ਵਾਰ ਆ ਕੇ ਤੰਗ ਕਰੇ, ਮੈਂ ਦੂਜੀ ਵਾਰ ਕਹਾਂਗਾ ਵੀ ਠੀਕ ਹੈ। ਤੀਜੀ ਵਾਰ ਕੋਈ ਆ ਕੇ ਤੰਗ ਕਰੇ ਵੀ ਇਹਨੇ ਕਿਹੜਾ ਕੁਝ ਕਹਿਣਾ, ਅਤੇ ਫਿਰ ਜੇ ਮੈਂ ਤੀਜੀ ਵਾਰ ਉਹਨੂੰ ਅੱਗੋਂ ਸ਼ਸਤਰ ਵਿਖਾ ਦੇਵਾਂਗਾ ਨਾ, ਆਪਣੇ ਆਪ ਹੀ ਸਿੱਧੇ ਰਾਹ ਤੁਰ ਪਵੇਗਾ। ਇਹ ਭਾਈ ਇਹ ਕਿਰਪਾਨ ਦੀ ਕਰਾਮਾਤ ਤੁਸੀਂ ਹਿੰਦੁਸਤਾਨ ਦੇ ਇਤਿਹਾਸ ਨੂੰ ਪੜ੍ਹ ਕੇ ਵੇਖ ਲਓ। ਸਾਡੇ ਹਿੰਦੁਸਤਾਨ ਦੇ ਵਿੱਚ ਇੱਕ ਮਹਾਂਪੁਰਸ਼ ਪੈਦਾ ਹੋਏ, ਸਤਿਕਾਰ ਹੈ ਉਹਨਾਂ ਦਾ, ਪਰ ਉਹਨਾਂ ਨੇ ਅਹਿੰਸਾ ਦੇ ਉੱਤੇ ਇੰਨਾ ਜ਼ਿਆਦਾ ਜ਼ੋਰ ਦਿੱਤਾ ਵੀ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਸ਼ਸਤਰ ਘਰ ਦੇ ਵਿੱਚ ਰੱਖਣੇ ਪਾਪ ਲੱਗਣ ਲੱਗ ਪਏ। ਪਹਿਲਾਂ ਸਾਰੇ ਰੱਖਦੇ ਹੁੰਦੇ ਸੀ, ਸ਼ਸਤਰ ਰੱਖਣੇ ਪਾਪ ਹੋ ਗਏ ਵੀ ਭਾਈ ਸ਼ਸਤਰ ਘਰ ਦੇ ਵਿੱਚ ਰੱਖਾਂਗੇ ਨਾ ਅਤੇ ਕਿਤੇ ਲੜਾਈਆਂ ਹੋ ਜਾਂਦੀਆਂ ਨੇ। ਜਦੋਂ ਸ਼ਸਤਰ ਹੀ ਨਹੀਂ ਘਰ ਦੇ ਵਿੱਚ ਰਿਹਾ ਅਤੇ ਘਰ ਦੇ ਵਿੱਚ ਜਿਹੜਾ ਬਾਹਰੋਂ ਬੰਦਾ ਜਾ ਕੇ ਵੇਖੇਗਾ ਉਹਨੂੰ ਤਾਂ ਡਰ ਹੀ ਲੱਗੇਗਾ ਨਾ ਵੀ ਹਾਏ ਤੁਸੀਂ ਤਾਂ ਕਿਰਪਾਨਾਂ ਚਲਾਉਂਦੇ ਫਿਰਦੇ ਜੇ। ਇਹ ਮੈਂਟੈਲਿਟੀ ਹੁੰਦੀ ਹੈ। ਜਿਨ੍ਹਾਂ ਘਰਾਂ ਦੇ ਵਿੱਚ ਸ਼ੁਰੂ ਤੋਂ ਹੀ ਸ਼ਸਤਰ ਹੁੰਦੇ ਨੇ ਉਹਨਾਂ ਨੂੰ ਡਰ ਵੀ ਨਹੀਂ ਹੁੰਦਾ ਇਸ ਗੱਲ ਦਾ। ਹੁਣ ਉਹਦੇ ਨਾਲ ਕੀ ਹੋਇਆ, ਆਪ ਜੀ ਸ਼ਾਇਦ ਪੜ੍ਹਿਆ ਹੋਵੇਗਾ, ਅਸ਼ੋਕ ਹਿੰਦੁਸਤਾਨ ਦਾ ਬਾਦਸ਼ਾਹ ਅਹਿੰਸਾ ਦੇ ਮਾਰਗ ਦੇ ਉੱਤੇ ਤੁਰ ਪਿਆ, ਸ਼ਸਤਰ ਰੱਖ ਦਿੱਤੇ, ਹਿੰਦੁਸਤਾਨ ਗੁਲਾਮ ਹੋ ਗਿਆ। ਇਹਦਾ ਕਾਰਨ ਹੈ ਸਭ ਤੋਂ ਵੱਡਾ। ਔਰ ਵੇਖੋ ਇਹੋ ਹੀ ਨਹੀਂ,
ਜਦੋਂ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਹੈ ਮੁਗਲ ਸਲਤਨਤ ਤੋਂ, ਮੁਗਲਾਂ ਤੋਂ, ਤੇ ਕਿਹੜੀ ਚੀਜ਼ ਨੇ ਦਵਾਈ ਹੈ? ਇਹਨਾਂ ਸ਼ਸਤਰਾਂ ਨੇ ਦਵਾਈ ਹੈ, ਇਹਨਾਂ ਕਿਰਪਾਨਾਂ ਨੇ ਦਵਾਈ ਹੈ। ਇਸ ਕਰਕੇ ਆਪਣੇ ਘਰਾਂ ਦੇ ਵਿੱਚ ਚਲਾਉਂਦੇ ਹਾਂ, ਨਹੀਂ ਚਲਾਉਂਦੇ ਉਹ ਬਾਅਦ ਦੀਆਂ ਗੱਲਾਂ ਨੇ। ਸਾਡੇ ਘਰਾਂ 'ਚ ਸ਼ਸਤਰ ਹੋਣਾ ਜ਼ਰੂਰੀ ਹੈ। ਕੱਲ੍ਹ ਨੂੰ ਕੋਈ ਸਾਡੇ ਘਰ ਦੇ ਵਿੱਚ ਚੋਰੀ ਕਰਨ ਦੇ ਲਈ ਆ ਗਿਆ ਤੇ ਸਾਡੇ ਘਰ ਦੇ ਵਿੱਚ ਕੋਈ ਡਾਂਗ ਵੀ ਨਾ ਹੋਵੇ ਤਾਂ ਕੀ ਕਰਾਂਗੇ? ਚੁੱਪ ਕਰਕੇ ਉਹਦੇ ਅੱਗੇ ਹੱਥ ਜੋੜ ਕੇ ਬੈਠੇ ਰਹਾਂਗੇ ਵੀ ਸਾਡੇ ਘਰ 'ਚ ਤੈਨੂੰ ਕੁਝ ਮਾਰਨ ਨੂੰ ਵੀ ਨਹੀਂ ਹੈਗਾ। ਇਸ ਕਰਕੇ ਇੱਕ ਤਾਂ ਆਪਣੇ ਅੰਦਰ ਹਿੰਮਤ ਹੋਵੇ ਉਸ ਸ਼ਸਤਰ ਨੂੰ ਚਲਾਉਣ ਦੀ, ਉਹ ਪ੍ਰੈਕਟਿਸ ਹੋਵੇਗੀ ਤਾਂ ਹੋਵੇਗੀ। ਪਰ ਦੂਸਰੇ ਨੰਬਰ ਦੇ 'ਤੇ ਘਰ 'ਚ ਸ਼ਸਤਰ ਤੇ ਹੋਵੇ, ਅਵੇਲੇਬਲ ਤੇ ਹੋਵੇ ਨਾ ਉਸ ਵੇਲੇ। ਇਸ ਕਰਕੇ ਹਰ ਇੱਕ ਸਿੱਖ ਦੇ ਘਰ ਦੇ ਵਿੱਚ, ਸਾਡੇ ਆਮ ਘਰਾਂ ਦੇ ਵਿੱਚ ਵੀ ਮੈਂ ਬੇਨਤੀ ਕਰ ਦੇਵਾਂ, ਕਿਰਪਾਨ ਕੋਈ ਵੀ ਹੋਵੇ, ਸਾਡੇ ਘਰ ਦੇ ਵਿੱਚ ਇਹ ਸ਼ਸਤਰ ਹੋਣਾ ਜ਼ਰੂਰੀ ਹੈ। ਤੁਸੀਂ ਵੇਖਦੇ ਜੇ ਸਾਡੇ ਵਿਆਹ ਜਿਹੜੇ ਹੁੰਦੇ ਨੇ, ਲਾੜਾ ਆਉਂਦਾ ਹੈ, ਇਹਦੇ ਹੱਥ ਦੇ ਵਿੱਚ ਕਿਰਪਾਨ ਕਿਉਂ ਹੁੰਦੀ ਹੈ? ਉਹਦਾ ਕਾਰਨ ਭਾਈ ਇਹ ਹੁੰਦਾ ਸੀ ਵੀ ਪਹਿਲਾਂ ਅਕਸਰ ਜਿਹੜੀਆਂ ਬਰਾਤਾਂ ਹੁੰਦੀਆਂ ਸੀ ਉਹ ਤੁਰ ਕੇ ਆਉਂਦੀਆਂ ਹੁੰਦੀਆਂ ਸੀ। ਹੁਣ ਜੰਗਲਾਂ ਦੇ ਵਿੱਚੋਂ ਤੁਰ ਕੇ ਆਉਣੀਆਂ, ਪਿੰਡਾਂ ਦੇ ਵਿੱਚੋਂ ਅੱਗੇ ਦੂਰ ਤੁਰ ਕੇ ਆਉਣੀਆਂ, ਅਤੇ ਬਰਾਤ ਆਈ ਹੈ ਤਾਂ ਇਹਦਾ ਮਤਲਬ ਹੈ ਬਰਾਤ ਦੇ ਕੋਲ ਥੋੜ੍ਹਾ ਬਹੁਤਾ ਗਹਿਣਾ ਵੀ ਹੋਵੇਗਾ, ਪੈਸਾ ਵੀ ਹੋਵੇਗਾ। ਅਤੇ ਜਦੋਂ ਬਰਾਤ ਦੇ ਨਾਲ ਗਿਣਤੀ ਬਹੁਤੀ ਵੱਡੀ ਨਹੀਂ ਹੈ ਅਤੇ ਲੋਕ ਲੁੱਟ ਲੈਂਦੇ ਹੁੰਦੇ ਸੀ ਰਸਤੇ ਦੇ ਵਿੱਚੋਂ। ਬਰਾਤ ਵੱਡੀ ਗਿਣਤੀ 'ਚ ਆਉਂਦੀ ਇਸ ਕਰਕੇ ਹੁੰਦੀ ਸੀ, ਬੰਦੇ ਇਸੇ ਕਰਕੇ ਬਰਾਤ ਦੇ ਨਾਲ ਜ਼ਿਆਦਾ ਆਉਂਦੇ ਸੀ। ਉਹਨਾਂ ਸਾਰਿਆਂ ਦੇ ਕੋਲ ਸ਼ਸਤਰ ਹੁੰਦੇ ਸੀ ਵੀ ਰਸਤੇ ਦੇ ਜੇ ਕੋਈ ਲੁੱਟਣ ਦੀ ਕੋਸ਼ਿਸ਼ ਕਰੇਗਾ ਤਾਂ ਮੁਕਾਬਲਾ ਤਾਂ ਕਰ ਲਵਾਂਗੇ। ਇਸ ਕਰਕੇ ਲਾੜੇ ਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਸੀ। ਉਹ ਸਿਰਫ ਪ੍ਰਤੀਕ ਨਹੀਂ ਹੈ, ਉਹ ਵਰਤੋਂ ਦਾ ਸਾਧਨ ਸੀ। ਇਸ ਕਰਕੇ ਕਿਰਪਾਨ ਆਈ ਵੀ ਭਾਈ ਕਿਸੇ ਦੇ ਉੱਤੇ ਹਮਲਾ ਨਹੀਂ ਕਰਨਾ, ਪਰ ਕੋਈ ਹਮਲਾ ਕਰਦਾ ਹੈ ਤਾਂ ਆਪਣਾ ਬਚਾਅ ਤਾਂ ਕਰਨਾ ਹੈ ਨਾ। ਇਹ ਥੋੜ੍ਹਾ ਵੀ ਕੋਈ ਸਾਡੇ ਉੱਤੇ ਹਮਲਾ ਕਰੇ ਅਤੇ ਸਾਡੇ ਕੋਲੋਂ ਅੱਗੇ ਕੁਝ ਹੋਵੇ ਨਾ ਤਾਂ ਚੁੱਪ ਕਰਕੇ ਕੁੱਟ ਖਾ ਕੇ ਆ ਗਏ। ਨਹੀਂ, ਇੱਦਾਂ ਨਹੀਂ। ਅਗਲੇ ਨੂੰ ਤੁਸੀਂ ਕਿਤੇ ਵੇਖ ਲਿਓ, ਇਹਨੂੰ ਥੋੜ੍ਹੀ ਜਿਹੀ ਮਾਨਸਿਕਤਾ ਦੇ ਵਿੱਚ ਇਸ ਨੂੰ ਸਮਝ ਕੇ ਵੇਖਿਓ। ਜਦੋਂ ਸਾਡੇ ਕੋਲ ਕੁਝ ਨਹੀਂ ਨਾ ਹੋਵੇਗਾ, ਅਗਲਾ ਬੜੀ ਹਿੰਮਤ ਕਰਦਾ ਵੀ ਲੈ ਇਹਦੇ ਕੋਲ ਕਿਹੜਾ ਕੁਝ ਹੈਗਾ। ਬਸ ਇੱਕ ਵਾਰ ਕਿਰਪਾਨ ਹੋਵੇ ਜਾਂ ਕੋਈ ਚੀਜ਼ ਸਾਡੇ ਹੱਥ ਦੇ ਵਿੱਚ ਹੋਵੇ ਨਾ, ਅਗਲਾ ਅੱਗੇ ਵਧਣ ਤੋਂ ਇੱਕ ਵਾਰ ਤਾਂ ਡਰਦਾ ਵੀ ਜੇ ਕਿਤੇ ਇਹਨੇ ਮਾਰ ਦਿੱਤੀ ਤਾਂ ਸਾਡਾ ਪਤਾ ਨਹੀਂ ਕੀ ਬਣ ਜਾਣਾ। ਇੱਕ ਡਰ ਹੁੰਦਾ ਹੈ ਇਹਨਾਂ ਚੀਜ਼ਾਂ ਦਾ। ਔਰ ਤੁਸੀਂ ਵੇਖ ਲਓ, ਕੋਈ ਇਹਨੂੰ ਕਵੇ ਵੀ ਅਸੀਂ ਜਿਹੜੀ ਹੈ ਹਿੰਸਾ ਨੂੰ ਪ੍ਰਮੋਟ ਕਰਦੇ ਹਾਂ। ਹਿੰਦੁਸਤਾਨ ਦੇ ਕਿੰਨੇ ਇਤਿਹਾਸ ਨੂੰ ਤੁਸੀਂ ਪੜ੍ਹ ਕੇ ਵੇਖ ਲਓ, ਜਿਨ੍ਹਾਂ ਦੇ ਕੋਲ ਕਿਰਪਾਨਾਂ ਸੀ ਉਹਨਾਂ ਨੇ ਲੋਕਾਂ ਦੇ ਨਾਲ ਕੀਤਾ ਕੀ ਹੈ। ਜਦੋਂ ਕਿਰਪਾਨਾਂ ਹੱਥ ਦੇ ਵਿੱਚ ਆਈਆਂ, ਉਹਨਾਂ ਨੇ ਬਖਸ਼ਿਆ ਨਹੀਂ, ਫਿਰ ਆਮ ਲੋਕਾਂ ਨੂੰ ਵੀ ਨਹੀਂ ਬਖਸ਼ਿਆ। ਕਾਜ਼ੀ ਨੂਰ ਮੁਹੰਮਦ ਹੋਇਆ ਹੈ, ਉਹ ਕਹਿੰਦਾ ਵੀ ਮੈਂ ਇਹਨਾਂ ਕਿਰਪਾਨਾਂ, ਸਿੱਖਾਂ ਦੇ ਬਾਰੇ ਗੱਲ ਕਰਦਾ ਹੈ, ਕਹਿੰਦਾ ਮੈਂ ਇਹਨਾਂ ਕਿਰਪਾਨਾਂ ਵਾਲਿਆਂ ਦੀ ਇੱਕ ਖਾਸੀਅਤ ਵੇਖੀ ਹੈ। ਜੰਗ ਦੇ ਵਿੱਚ ਲੜਦਿਆਂ ਵੀ, ਹੁਣ ਬੰਦੇ ਨੂੰ ਗੁੱਸਾ ਆਇਆ ਹੋਵੇ ਨਾ ਅਤੇ ਬੰਦਾ ਵੇਖਦਾ ਨਹੀਂ ਹੈ, ਫਿਰ ਮਾਰਨ ਲੱਗਾ। ਕਹਿੰਦਾ ਮੈਂ ਇੱਕ ਗੱਲ ਵੇਖੀ ਆ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਦੇ, ਜੇ ਕਿਤੇ ਇਹਨਾਂ ਦੇ ਸਾਹਮਣੇ ਕੋਈ ਕਿਰਪਾਨ ਸੁੱਟ ਦਿੰਦਾ ਨਾ, ਇਹ ਉਹਦੇ ਉੱਤੇ ਵਾਰ ਨਹੀਂ ਕਰਦੇ। ਸ਼ਸਤਰਹੀਣ ਬੰਦੇ 'ਤੇ ਵਾਰ ਨਹੀਂ ਕਰਦੇ। ਮਤਲਬ ਜਿਹੜਾ ਅਧੀਨਗੀ ਸਵੀਕਾਰ ਕਰ ਗਿਆ। ਦੂਸਰਾ, ਇਹ ਕਿਸੇ ਬੀਬੀ ਦੇ ਉੱਤੇ, ਕਿਸੇ ਔਰਤ ਦੇ ਉੱਤੇ ਵਾਰ ਨਹੀਂ ਕਰਦੇ। ਇੱਕ ਗੱਲ ਪੱਕੀ ਸੀ, ਮਾਫ਼ ਕਰਨਾ, ਤੁਸੀਂ ਵੇਖਦੇ ਜੇ ਕੋਈ ਵੀ ਦੰਗਾ ਹੋ ਜਾਵੇ, ਕੋਈ ਵੀ ਧੱਕਾ ਹੋ ਜਾਵੇ, ਸਭ ਤੋਂ ਜ਼ਿਆਦਾ ਸੰਤਾਪ ਜਿਹੜਾ ਉਠਾਉਣਾ ਪੈਂਦਾ ਹੈ ਨਾ, ਉਹ ਔਰਤਾਂ ਨੂੰ ਉਠਾਉਣਾ ਪੈਂਦਾ ਸਭ ਤੋਂ ਜ਼ਿਆਦਾ। ਬੰਦਾ ਜਦੋਂ ਵੀ ਵੈਸ਼ੀ ਹੋਵੇਗਾ, ਉਹ ਕਾਰਨ ਕੀ ਹੈ? ਉਹਨੂੰ ਲੱਗਦਾ ਵੀ ਮੇਰੇ ਪੱਲੇ ਤਾਕਤ ਆ ਗਈ। ਔਰ ਸਭ ਤੋਂ ਜ਼ਿਆਦਾ ਸੰਤਾਪ ਔਰਤ ਨੂੰ ਹੰਡਾਉਣਾ ਪੈਂਦਾ। ਇਹ ਕਿਰਪਾਨ ਸਿਰਫ ਇੱਦਾਂ ਨਹੀਂ ਹੈ ਵੀ ਸ਼ਸਤਰ ਪਾ ਲਿਆ ਅਤੇ ਗੱਲ ਖਤਮ ਹੋ ਗਈ। ਇਹਦਾ ਮਤਲਬ ਹੀ ਇਹ ਹੈ ਭਾਈ, ਇਹ ਸੰਜਮ ਤੋਂ ਬਾਅਦ ਮਿਲੀ ਹੈ। ਇੱਦਾਂ ਕਹਿ ਲਈਏ ਵੀ 240 ਸਾਲ ਦੀ ਸਟੱਡੀ ਹੈ ਜਦੋਂ ਸਾਡੇ ਕੋਲ ਕਿਰਪਾਨ ਆਉਂਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 1469 ਦੇ ਵਿੱਚ ਜਨਮ ਹੁੰਦਾ ਹੈ। 1699 ਦੀ ਵਿਸਾਖੀ ਦਾ ਇਹ ਸਮਾਂ ਆਉਂਦਾ ਹੈ ਜਦੋਂ ਸਾਨੂੰ ਕਿਰਪਾਨ ਕੰਪਲਸਰੀ ਕਰ ਦਿੱਤੀ ਜਾਂਦੀ ਹੈ। ਜਿਹੜੇ 9 ਗੁਰੂ ਸਾਹਿਬਾਨ ਨੇ, ਇਹਨਾਂ ਨੇ ਸਾਨੂੰ ਕਿਰਪਾਨ ਵਰਤਾਉਣੀ ਤੇ ਸਿਖਾਈ, ਪਰ ਇਹਦੇ ਨਾਲ ਇਹ ਵੀ ਸਿਖਾਇਆ ਵੀ ਭਾਈ ਇਹਨੂੰ ਸੰਜਮ ਦੇ ਵਿੱਚ ਕਿੱਦਾਂ ਰੱਖਣਾ ਹੈ। ਕਿਰਪਾਨ ਚਲਾਉਣ ਦੇ ਨਾਲੋਂ ਕਿਰਪਾਨ ਸੰਭਾਲਣੀ ਜ਼ਿਆਦਾ ਔਖੀ ਹੈ ਵੀ ਭਾਈ ਇਹਨੂੰ ਸੰਜਮ ਦੇ ਵਿੱਚ ਕਿੱਦਾਂ ਰਹਿਣਾ। ਇਹ ਥੋੜ੍ਹਾ ਵੀ ਸਾਡੇ ਕੋਲ ਹੈ ਤੇ ਜਿਹਦਾ ਜੀ ਕੀਤਾ ਲੈ ਕੇ ਗਲਾ ਕੱਟ ਦਿੱਤਾ, ਇੱਦਾਂ ਨਹੀਂ ਹੁੰਦਾ। ਇਹਨੂੰ ਸੰਭਾਲਣਾ ਹੈ, ਚਲਾਉਣੀ ਵੀ ਆਉਂਦੀ ਹੋਵੇ ਪਰ ਫਿਰ ਵੀ ਇਹਨੂੰ ਸੰਭਾਲ ਦੇ ਵਿੱਚ ਰੱਖਣਾ ਹੋਵੇ। ਮੈਂ ਇੱਕ ਹੋਰ ਗੱਲ ਕਹਿ ਦੇਵਾਂ ਇਤਿਹਾਸ ਦੀ, ਅਤੇ ਫਿਰ ਆਪਾਂ ਅਗਲੀ ਗੱਲ ਕਰਾਂਗੇ। ਤੁਸੀਂ ਦੇਖਦੇ ਜੇ ਕਿਤੇ ਵੀ ਇਹਨੂੰ ਪੜ੍ਹ ਕੇ ਵੇਖ ਲੈਣਾ, ਕਿੰਨੀਆਂ ਥਾਵਾਂ ਦੇ ਉੱਤੇ ਸਿੱਖ ਇਕੱਠੇ ਹੋਏ, ਕਿੰਨੀਆਂ ਲੜਾਈਆਂ ਲੜੀਆਂ, ਅਤੇ ਕਿੰਨੀਆਂ ਥਾਵਾਂ ਦੇ ਉੱਤੇ ਤੁਰੇ ਨੇ ਬੰਦੇ। ਇਤਿਹਾਸ ਦੇ ਵਿੱਚੋਂ ਇੱਕ ਵੀ ਇੱਦਾਂ ਦੀ ਘਟਨਾ ਪੜ੍ਹ ਕੇ ਵੇਖ ਲੈਣੀ ਜਾਂ ਸੁਣਾ ਦੇਣੀ ਵੀ ਜਿਹਦੇ ਵਿੱਚ ਇੱਦਾਂ ਦੀ ਗੱਲ ਹੋਵੇ ਭਾਈ ਵੀ ਇਹਨਾਂ ਕਿਰਪਾਨਾਂ ਵਾਲਿਆਂ ਨੇ ਲੋਕਾਂ ਦੀਆਂ ਬੀਬੀਆਂ ਨੂੰ ਜਾ ਕੇ ਤੰਗ ਕੀਤਾ ਹੋਵੇ, ਜਿਹਦੇ ਵਿੱਚ ਇਹਨਾਂ ਨੇ ਲੋਕਾਂ ਦੀਆਂ ਔਰਤਾਂ ਦੇ ਨਾਲ ਧੱਕਾ ਕੀਤਾ ਹੋਵੇ, ਹਾਲਾਂਕਿ ਇਹਨਾਂ ਦੇ ਕੋਲ ਕਿਰਪਾਨਾਂ ਸੀ। ਜਿੱਥੇ ਵੀ ਜਿੱਤੇ ਨੇ, ਜਿੱਥੇ ਵੀ ਜਾ ਕੇ ਇਹਨਾਂ ਨੇ ਆਪਣੇ ਰਾਜ ਕਾਇਮ ਕੀਤੇ ਨੇ, ਕਦੀ ਵੀ ਇਹਨਾਂ ਨੇ ਬੀਬੀਆਂ ਦੇ ਉੱਤੇ ਜਾ ਕੇ ਹਮਲੇ ਕੀਤੇ ਹੋਣ ਵੀ ਹੁਣ ਸਾਡੇ ਕੋਲ ਰਾਜ ਆ ਗਿਆ, ਧੱਕੇ ਦੇ ਨਾਲ ਤੁਹਾਨੂੰ ਅਸੀਂ ਜਿੱਤ ਕੇ ਲੈ ਕੇ ਜਾਵਾਂਗੇ,
ਹਾਲਾਂਕਿ ਤੁਸੀਂ ਦੂਜੀਆਂ ਇਤਿਹਾਸ ਨੂੰ ਪੜ੍ਹ ਕੇ ਵੇਖ ਲਓ, ਬਹੁਤਿਆਂ ਦੇ ਨਾਲ ਹੁੰਦਾ ਹੀ ਇੱਦਾਂ ਹੈ ਵੀ ਜਾਂ ਤਾਂ ਉਹਨਾਂ ਦੀ ਬੀਬੀਆਂ ਗੁਲਾਮ ਬਣਾ ਕੇ ਤੋਰ ਲਈਆਂ ਜਾਂਦੀਆਂ ਨੇ। ਨਾਲ ਨਾਦਰ ਸ਼ਾਹ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਤੁਸੀਂ, ਹਿੰਦੁਸਤਾਨ 'ਚ ਆਇਆ, ਨਾਲੇ ਤਾਂ ਉਹ ਨੌਜਵਾਨਾਂ ਨੂੰ ਗੁਲਾਮ ਬਣਾ ਕੇ ਗਿਆ, ਨਾਲੇ ਬੀਬੀਆਂ ਨੂੰ ਗੁਲਾਮ ਬਣਾ ਕੇ ਲੈ ਕੇ ਗਿਆ। ਇਹ ਹੁੰਦਾ ਹੈ ਵੀ ਕਿਰਪਾਨ ਦਾ ਮਤਲਬ ਇਹ ਨਹੀਂ ਵੀ ਬਸ ਹੱਥ ਦੇ ਵਿੱਚ ਆ ਗਈ ਤੇ ਠਾ ਠਾ ਚਲਾ ਦਿੱਤੀ, ਨਹੀਂ, ਇਹਦੇ ਪਿੱਛੇ ਉਹਨੂੰ ਸੰਭਾਲਣ ਦੀ ਮਾਨਸਿਕਤਾ ਜ਼ਿਆਦਾ ਹੈ। ਅਤੇ ਮੈਂ ਇੱਕ ਗੱਲ ਹੋਰ ਰੱਖ ਦੇਵਾਂ, ਇਹ ਸ਼ਾਇਦ ਹਿੰਦੁਸਤਾਨ ਟਾਈਮਜ਼ ਦਾ ਹਵਾਲਾ ਸੀ, ਜਦੋਂ ਹਿੰਦੁਸਤਾਨ ਦੀ ਜੰਗ ਹੋਈ ਹੈ, ਸ਼ਾਇਦ 71 ਦੀ ਇਹ ਗੱਲ ਹੈ ਮੇਰੇ ਖਿਆਲ ਦੇ ਨਾਲ, ਥੋੜ੍ਹਾ ਬਹੁਤਾ ਗਲਤ ਹੋ ਸਕਦਾ ਹੈ ਪਰ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਉਹਨੇ ਇੱਕ ਵੇਖਿਆ ਸੀ ਵੀ ਇੱਕ ਮੁਸਲਮਾਨ ਬੀਬੀ, ਇੱਕ ਬੱਚੀ ਜਿਹੜੀ ਹੈ, ਉਹਨੂੰ ਉਹਦਾ ਲੜਾਈ ਖਤਮ ਹੋਈ ਅਤੇ ਇੱਕ ਸਿੱਖ ਫੌਜੀ ਉੱਥੇ ਖੜ੍ਹਾ ਹੋਇਆ ਹੈ ਵੀ ਸਾਡੇ ਵੱਡੇ ਕੁਝ ਇੱਦਾਂ ਦੇ ਕੰਮ ਕਰ ਗਏ ਨੇ ਵੀ ਸਾਨੂੰ ਜਨਮ ਤੋਂ ਹੀ ਲੋਕੀ ਸਰਦਾਰ ਜੀ ਕਹਿਣ ਲੱਗ ਪੈਂਦੇ ਨੇ, ਮੈਂ ਉਹਨਾਂ ਦਾ ਮਾਣ ਕਿੱਦਾਂ ਦੇਵਾਂ। ਇਹ ਤਾਂ ਸਾਡੇ ਉੱਤੇ ਡਿਪੈਂਡ ਕਰਦਾ ਵੀ ਅਸੀਂ ਕਿੱਦਾਂ ਦੇ ਰਹਿਣਾ, ਵੀ ਜਿਹੜੇ ਗਾਂ ਸਾਡੇ ਬੱਚੇ ਆਉਣਗੇ ਲੋਕੀ ਉਹਨਾਂ ਨੂੰ ਸਰਦਾਰ ਜੀ ਕਹਿਣਗੇ ਕਿ ਨਹੀਂ ਕਹਿਣਗੇ। ਜਿੱਦਾਂ ਦੇ ਮੇਰੇ ਕੰਮ ਨੇ, ਜੇ ਇਹਨਾਂ ਕੰਮਾਂ ਨੂੰ ਵੇਖ ਕੇ ਜੇ ਚੰਗੇ ਨੇ ਤਾਂ ਲੋਕੀ ਆਪਣੇ ਆਪ ਹੀ ਮੇਰੇ ਬੱਚਿਆਂ ਨੂੰ ਵੀ ਕਹਿਣਗੇ। ਜੇ ਮੇਰੇ ਹੁਣ ਦੇ ਕੰਮ ਚੰਗੇ ਨਹੀਂ ਨੇ ਤਾਂ ਮੇਰੇ ਬੱਚਿਆਂ ਨੂੰ ਕਿਸੇ ਨੇ ਉਹ ਕਹਿ ਕੇ ਬੁਲਾਇਆ ਕਰਨਾ। ਫਿਰ ਇਹ ਮੇਰੇ ਉੱਤੇ ਡਿਪੈਂਡ ਕਰਦਾ। ਸਾਡੇ ਪਿਛਲੇ ਨਾ ਕੰਮ ਹੀ ਇੱਦਾਂ ਦੇ ਕਰਕੇ ਗਏ ਨੇ ਵੀ ਲੋਕੀ ਉਹ ਨਹੀਂ ਕਹਿੰਦੇ ਇਹਨਾਂ ਨੂੰ। ਤੁਸੀਂ ਕਿਤੇ ਵੇਖ ਲਓ, ਟ੍ਰੇਨ 'ਚ ਜਾ ਰਹੇ ਹੋਵੋ, ਮੈਂ ਕਈ ਵਾਰ ਵੇਖਿਆ ਹੈ, ਨਹੀਂ ਬੰਦੇ ਉਹ ਕਹਿ ਕੇ ਬੁਲਾਉਂਦੇ, ਬੜੇ ਮਾਣ ਦੇ ਨਾਲ ਨਾਮ ਲੈਂਦੇ ਨੇ। ਸਤਿਕਾਰ ਹੈ ਸਾਰਿਆਂ ਦਾ ਜਿਹੜਾ ਸਾਨੂੰ ਕਿਤੇ ਮਾਣ ਦੇ ਦਿੰਦੇ ਨੇ, ਪਰ ਕਿਉਂ? ਕਿਉਂਕਿ ਸਾਡੇ ਪਿਛਲੇ ਏਡੇ ਚੰਗੇ ਕੰਮ ਕਰਕੇ ਗਏ। ਅਸੀਂ ਆਪਣੇ ਬੱਚਿਆਂ ਨੂੰ ਇੱਦਾਂ ਦੀ ਪੇਰੈਂਟਿੰਗ ਕਰਨੀ ਹੈ ਵੀ ਸਾਡੇ ਬੱਚਿਆਂ ਨੇ ਜਦੋਂ ਵੱਡੇ ਹੋ ਕੇ ਸੋਸਾਇਟੀ ਦੇ ਵਿੱਚ ਵਿਚਰਨਾ ਹੈ ਨਾ, ਅਤੇ ਉਹ ਕਿੱਦਾਂ ਜਿਹੜਾ ਹੈ ਉਹ ਅਸੀਂ ਲੈ ਕੇ ਚੱਲਣਾ ਹੈ। ਚਲੋ ਗੱਲ ਦੇ ਵਿੱਚੋਂ ਗੱਲ ਨਿਕਲ ਆਈ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਕਿੰਨਾ ਇਸ ਗੱਲ ਦਾ ਮਸਲਾ ਜਿਹਾ ਉੱਠਦਾ ਰਹਿੰਦਾ ਨਾ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਟਵੀਟ ਕੀਤਾ ਸੀ, ਖਾਸ ਕਰਕੇ ਜਿਹੜਾ ਰੇਪ ਕਲਚਰ ਚੱਲਦਾ ਪਿਆ ਹੈ। ਸ਼ਬਦ ਬੁਰਾ ਲੱਗ ਸਕਦਾ ਹੈ ਕਿਉਂਕਿ ਬਹੁਤੇ ਬੋਲੇ ਨਹੀਂ ਜਾਂਦੇ। ਉਹਦੇ ਵਿੱਚ ਨਾ ਦੋ ਤਰੀਕਿਆਂ ਦੇ ਲੋਕ ਚੱਲਦੇ ਨੇ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਵੀ ਔਰਤਾਂ ਨੂੰ ਕੱਪੜੇ ਚੰਗੇ ਪਾਉਣੇ ਚਾਹੀਦੇ ਨੇ। ਦੂਜੇ ਉਹ ਨੇ ਜਿਹੜੇ ਇਹ ਕਹਿੰਦੇ ਨੇ ਵੀ ਨਹੀਂ, ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਆ ਉਹ ਤਿਆਰੀ ਚੰਗੀ ਕਰਾਓ ਵੀ ਤੁਹਾਡੇ ਬੱਚਿਆਂ ਨੂੰ ਇਸ ਗੱਲ ਦੀ ਅਕਲ ਹੋਵੇ ਵੀ ਕਿੱਦਾਂ ਵਿਚਰਨਾ ਹੈ ਸਮਾਜ ਦੇ ਵਿੱਚ। ਹੁਣ ਮੈਨੂੰ ਇਸ ਗੱਲ ਦੇ ਨਾਲ ਮਤਲਬ ਨਹੀਂ ਹੈ ਵੀ ਕੌਣ ਇੱਥੇ ਸਹੀ ਹੈ ਅਤੇ ਕੌਣ ਗਲਤ ਹੈ, ਪਰ ਇਸ ਗੱਲ ਦਾ ਤਾਂ ਪੱਕਾ ਮਤਲਬ ਹੈ ਵੀ ਅਸੀਂ ਘਰ ਦੇ ਵਿੱਚ ਆਪਣੇ ਬੱਚੇ ਨੂੰ ਕੀ ਟ੍ਰੇਨਿੰਗ ਦੇ ਰਹੇ ਹਾਂ। ਜਿਹੜੇ ਸਾਡੇ ਬੱਚੇ ਨੇ, ਖਾਸ ਕਰਕੇ ਲੜਕੇ ਨੇ, ਉਹਨੂੰ ਆਚਰਣ ਵਾਲੇ ਪਾਸੇ ਤੋਂ ਅਸੀਂ ਕਿੰਨਾ ਕੁ ਤਿਆਰ ਕਰਦੇ ਪਏ ਹਾਂ। ਠੀਕ ਹੈ, ਪੜ੍ਹਾਈ ਵਾਲੇ ਪਾਸੇ ਤੋਂ ਤਾਂ ਬਹੁਤ ਤਿਆਰ ਕੀਤਾ ਹੋਇਆ ਹੈ, ਉਹਨੂੰ ਪੜ੍ਹਾਈ ਬਹੁਤ ਆਉਂਦੀ ਹੈ, ਉਹਦੇ ਨੰਬਰ ਬਹੁਤ ਵਧੀਆ ਆਉਂਦੇ ਨੇ, ਪਰ ਉਹਨੂੰ ਸੁਸਾਇਟੀ ਦੇ ਵਿੱਚ ਔਰਤ ਦੇ ਨਾਲ ਰਹਿਣਾ ਆਉਂਦਾ ਹੈ? ਸੁਸਾਇਟੀ ਦੇ ਵਿੱਚ ਔਰਤ ਕਿਸੇ ਵੀ ਰੂਪ ਦੇ ਵਿੱਚ ਵਿਚਰਦੀ ਹੈ। ਮੈਂ ਇਸ ਗੱਲ ਨੂੰ ਪ੍ਰਮੋਟ ਨਹੀਂ ਕਰਦਾ ਵੀ ਗਲਤ ਕੱਪੜੇ ਪਾਵੇ, ਨਾ ਪੁਰਸ਼ ਪਾਵੇ ਨਾ ਗਲਤ ਔਰਤ ਪਾਵੇ, ਦੋਵੇਂ ਨਾ ਪਾਉਣ, ਇਕੱਲੀ ਔਰਤ ਦੇ ਲਈ ਨਹੀਂ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਬੰਦਾ ਸਾਰਾ ਤੋੜਾ ਉਹਦੇ ਉੱਤੇ ਝਾੜ ਦੇਵੇ ਵੀ ਇਹ ਤੇ ਔਰਤ ਨੇ ਕੱਪੜੇ ਗਲਤ ਪਾਏ ਨੇ। ਹੱਦ ਹੋਈ ਪਈ ਹੈ। ਬੰਦਾ ਆਪਣੀ ਗਲਤੀ ਕਿਉਂ ਨਹੀਂ ਕੱਢਦਾ? ਸਿਰਫ ਇਸ ਕਰਕੇ ਆਪਣੀ ਪੈਰੈਂਟਿੰਗ ਕਿੱਥੇ ਹੈ। ਚੀਜ਼ਾਂ ਪਾ ਲਈਆਂ, ਕੱਪੜੇ ਪਾ ਲਏ, ਸੋਹਣੇ ਵੀ ਪਾ ਲਏ, ਮਹਿੰਗੇ ਵੀ ਪਾ ਲਏ, ਪਰ ਉਹਦੇ ਪਿੱਛੇ ਮਾਨਸਿਕਤਾ ਜੇ ਬੰਦਿਆਂ ਵਾਲੀ ਨਹੀਂ ਜਾਗਦੀ ਪਈ ਤਾਂ ਇਹਨਾਂ ਚੀਜ਼ਾਂ ਦਾ ਕੀ ਫਾਇਦਾ ਹੈ? ਸਾਡੇ ਅਪਗ੍ਰੇਡ ਹੋਣ ਦਾ ਜਾਂ ਸੁਸਾਇਟੀ ਦੇ ਵਿੱਚ ਅੱਗੇ ਆਉਣ ਦਾ ਕੀ ਫਾਇਦਾ ਹੈ? ਉਹ ਜਿਹੜੀ ਗੱਲ ਸੀ ਕਿ ਉਹ ਮੁਸਲਮਾਨ ਬੱਚੀ, ਲੜਾਈ ਖਤਮ ਹੋਈ ਅਤੇ ਉਹ ਤੁਰ ਕੇ ਆਉਂਦੀ ਆ ਆਪਣੇ ਪਿਤਾ ਦੇ ਨਾਲ, ਅਤੇ ਉਹ ਜਿਹੜਾ ਸਿੱਖ ਫੌਜੀ ਆ ਨਾ ਉਹਦੇ ਗਲ ਦੇ ਵਿੱਚ ਹਾਰ ਪਾਉਂਦੀ ਹੈ। ਅਤੇ ਉਹ ਅਖਬਾਰ ਵਾਲੇ ਨੇ ਲਿਖਿਆ। ਇਹ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਮੈਂ ਹਾਂ ਤਾਂ ਮੈਂ ਆਪਣੀ ਵਡਿਆਈ ਕਰੀ ਜਾਂਦਾ, ਮੇਰਾ ਕੀ ਇਹਦੇ ਵਿੱਚ, ਮੈਂ ਤਾਂ ਆਪਣੇ ਵੱਡਿਆਂ ਦੀਆਂ ਗੱਲਾਂ ਸੁਣਾ ਰਿਹਾ ਹਾਂ ਬਸ। ਉਹ ਕਹਿੰਦੇ ਵੀ ਹੱਦ ਹੋਈ ਪਈ ਆ ਵੀ ਉਹਦੇ ਹਮ ਮਜ਼ਹਬ ਦਾ ਬੰਦਾ, ਉਹੀ ਮੁਸਲਮਾਨ ਫੌਜੀ ਜਿਹੜਾ ਹੈ ਨਾ, ਉਹਦੇ ਲਾਗੇ ਖਲੋਤਾ ਹੈ। ਅਤੇ ਇੱਦਾਂ ਦੇ ਹਾਲ ਸੀ ਲੜਾਈ ਦੇ ਵਿੱਚ ਵੀ ਕੋਈ ਬੀਬੀਆਂ ਜਿਹੜੀਆਂ ਕਿਤੇ ਮੁਸਲਮਾਨ ਫੌਜੀ ਨੂੰ ਵੇਖ ਲੈਂਦੀਆਂ ਸੀ ਨਾ, ਸਿਰਫ ਨਾਮ ਵਰਤਦਾ ਪਿਆ ਹਾਂ, ਜ਼ਰੂਰੀ ਨਹੀਂ ਵੀ ਮੁਸਲਮਾਨ, ਕੋਈ ਹੋਰ ਵੀ ਹੋ ਸਕਦੇ ਨੇ, ਦੇ ਵੀ ਉਹਨਾਂ ਨੂੰ ਵੇਖਦੀਆਂ ਸੀ ਅਤੇ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਸੀ ਵੀ ਹੁਣ ਇਹ ਵੀ ਆ ਗਏ ਨੇ, ਪਤਾ ਨਹੀਂ ਇਹਨਾਂ ਵੱਲੋਂ ਵੀ ਸਾਡੀ ਜਾਨ ਬਚਣੀ ਹੈ ਕਿ ਨਹੀਂ, ਪਤਾ ਨਹੀਂ ਇਹਨਾਂ ਨੇ ਵੀ ਸਾਡੀ ਜਾਨ ਛੱਡਣੀ ਹੈ ਕਿ ਨਹੀਂ। ਹਾਲਾਂਕਿ ਭਾਵੇਂ ਉਹਨਾਂ ਦੇ ਮਜ਼ਹਬ ਦੇ ਸੀ, ਪਰ ਉਹ ਬੀਬੀ ਜਿਹੜੀ ਹੈ ਉਹ ਸਿੱਖ ਫੌਜੀ ਦੇ ਗਲ ਦੇ ਵਿੱਚ ਜਿਹੜਾ ਨਾ ਹਾਰ ਪਾ ਕੇ ਜਾਂਦੀ ਹੈ। ਕਿਉਂ? ਕਿਉਂਕਿ ਉਸ ਬੱਚੀ ਦੀ ਇੱਜ਼ਤ ਬਚਾਈ ਸੀ ਉਸ ਫੌਜੀ ਨੇ। ਔਰ ਤੁਹਾਡੇ ਕੋਲ ਫੋਟੋਆਂ ਆ ਜਾਣਗੀਆਂ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਵਰਲਡ ਵਾਰ ਦੇ ਵਿੱਚ ਇੱਕ ਫੋਟੋ ਮੈਨੂੰ ਵੇਖਣ ਲਈ ਮਿਲੀ ਸੀ, ਕਿਉਂਕਿ ਉਹ ਤਾਂ ਚਲੋ ਫੋਟੋ ਖਿੱਚੀ ਗਈ, ਕਿੰਨੇ ਚਿਰ ਪਹਿਲਾਂ ਦੀ ਗੱਲ ਹੈ, ਉਦੋਂ ਤਾਂ ਫੋਟੋਆਂ ਵਾਲਾ ਆਮ ਸਿਸਟਮ ਵੀ ਨਹੀਂ ਸੀ ਨਾ। ਉਹ ਇੱਕ ਬੱਚੀ ਹੈ ਅਤੇ ਉਹ ਇੱਦਾਂ ਖਲੋਤੀ ਹੋਈ ਹੈ ਰਸਤੇ ਦੇ ਵਿੱਚ, ਅਤੇ ਦੋ ਸਿੱਖ ਫੌਜੀ ਜਿਹੜੇ ਨੇ ਨਾ ਘੋੜੇ 'ਤੇ ਨਿਕਲਦੇ ਪਏ ਨੇ, ਅਤੇ ਉਹ ਇੱਕ ਜਾਣਾ ਆਪਣੇ ਸਿਰ ਦੀ ਦਸਤਾਰ ਲਾ ਕੇ ਅਤੇ ਉਸ ਬੱਚੀ ਨੂੰ ਦੇ ਰਿਹਾ ਵੀ ਤੂੰ ਇਹਦੇ ਨਾਲ ਆਪਣਾ ਸਰੀਰ ਢੱਕ ਲੈ। ਹੁਣ ਇਹਦਾ ਮਤਲਬ ਕੀ ਹੈ ਵੀ ਇੱਕ ਫੋਟੋ ਹੈ,
ਉਹ ਤਾਂ ਸਾਡੇ ਸਾਹਮਣੇ ਆ ਗਈ। ਕਿੰਨਿਆਂ ਨੇ ਇੱਦਾਂ ਦੇ ਕੰਮ ਕੀਤੇ ਹੋਣਗੇ ਵੀ ਜਿੱਥੇ ਵੀ ਉਹਨਾਂ ਨੂੰ ਕੋਈ ਇੱਦਾਂ ਦੀ ਬੱਚੀ ਜਾਂ ਕੋਈ ਔਰਤ ਮਿਲੀ ਵੀ ਲੜਾਈ ਕਰਕੇ ਜਿਹਦੇ ਕੋਲ ਕੱਪੜੇ ਵੀ ਸਰੀਰ ਦੇ ਉੱਤੇ ਪਾਉਣ ਦੇ ਲਈ ਨਹੀਂ ਸੀ, ਜਾਂ ਬੰਦਿਆਂ ਦੇ ਵੀ ਇੱਦਾਂ ਦੇ ਹਾਲ ਹੋ ਗਏ ਵੀ ਖਾਣ ਨੂੰ ਕੁਝ ਚੰਗਾ ਨਹੀਂ, ਉਹਨਾਂ ਨੇ ਉਹਨਾਂ ਦਾ ਵੀ ਸਰੀਰ ਢੱਕ ਦਿੱਤਾ। ਇਹ ਹੈ ਇਹਨਾਂ ਚੀਜ਼ਾਂ ਦੇ ਪਿੱਛੇ ਆਚਰਣ, ਵੀ ਆਚਰਣ ਨੂੰ ਆਪਾਂ ਕਿੱਦਾਂ ਬਣਾਉਣਾ ਹੈ। ਭਾਈ ਆਚਰਣ ਬੁਰਾ ਨਹੀਂ ਰੱਖਣਾ। ਕਛਹਿਰਾ ਜਿਹੜਾ ਸਾਡਾ ਹੈ ਨਾ, ਵੇਖਣ ਨੂੰ ਤਾਂ ਸਿਰਫ ਇੱਕ ਕੱਪੜਾ ਹੈ, ਪਰ ਅਸਲ ਦੇ ਵਿੱਚ ਇਹਦੇ ਪਿੱਛੇ ਸਾਡਾ ਆਚਰਣ ਹੈ ਵੀ ਭਾਈ ਅਸੀਂ ਕਿੱਦਾਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਹੈ। ਕੱਲ੍ਹ ਨੂੰ ਇਹਦਾ ਜ਼ਿਆਦਾ ਅਸੀਂ ਵਿਚਾਰ ਕਰਾਂਗੇ ਜਦੋਂ 4 ਬਜਰ ਕ੍ਰੈਤਾਂ ਦੀ ਗੱਲ ਆਵੇਗੀ। ਆਪਣੇ ਆਪ ਨੂੰ ਪੱਕਾ ਰੱਖਣਾ, ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ। ਦੂਸਰੇ ਨੰਬਰ ਦੇ ਉੱਤੇ ਇੱਕ ਇਹਦਾ ਧਾਰਮਿਕ ਪੱਖ ਕਹਿ ਕੇ ਤੇ ਮੈਂ ਸਮਾਪਤੀ ਕਰਾਂਗਾ। ਇਹਦਾ ਸਮਾਜਿਕ ਪੱਖ ਕੀ ਅਸੀਂ ਕੱਲ੍ਹ ਵਿਚਾਰਾਂਗੇ। ਜਿਹੜਾ ਖਾਸ ਕਰਕੇ ਜੱਗ ਕਰਦਾ ਹੈ ਜਾਂ ਹੋਰ ਕੋਈ ਕਰਮਕਾਂਡ ਕਰਦਾ ਹੈ, ਉਹ ਸੀਤਾ ਹੋਇਆ ਕੱਪੜਾ ਪਾ ਕੇ ਤੇ ਵੇਦੀ ਦੇ ਆਲੇ ਦੁਆਲੇ ਨਹੀਂ ਬਹਿ ਸਕਦਾ। ਆਪ ਜੀ ਨੇ ਕਿਤੇ ਵੇਖਿਆ ਹੋਵੇਗਾ, ਉਹ ਧੋਤੀ ਪਾ ਕੇ ਬੈਠਦਾ ਹੈ। ਉਹਨਾਂ ਦਾ ਵਿਧਾਨ ਹੈ ਵੀ ਤੁਸੀਂ ਸੀਤੇ ਹੋਏ ਕੱਪੜੇ ਦੇ ਨਾਲ ਪੂਜਾ ਨਹੀਂ ਕਰ ਸਕਦੇ। ਉਹਦੇ ਕੋਲ 2 ਧੋਤੀਆਂ ਹੁੰਦੀਆਂ ਨੇ, ਇੱਕ ਤੁਸੀਂ ਵੇਖੋ ਉਹਨੇ ਤੇੜ ਬੱਧੀ ਹੁੰਦੀ ਹੈ, ਦੂਜੀ ਉਹਨੇ ਮੋਢੇ ਦੇ ਉੱਤੇ ਰੱਖੀ ਹੁੰਦੀ ਹੈ। ਜੇ ਜਿਹੜਾ ਕੱਪੜਾ ਵੀ ਸਿਰ 'ਤੇ ਰੱਖੇਗਾ, ਕੱਪੜਾ ਵੀ ਸੀਤਾ ਨਹੀਂ ਹੋਵੇਗਾ। ਉਹਨੂੰ ਪੂਜਾ ਕਰਨ ਦੇ ਲਈ ਤੁਸੀਂ ਦੂਜੇ ਪੰਡਤ ਵੇਖੋਗੇ ਨਾ ਖਾਸ ਕਰਕੇ, ਤੇ ਵੇਖੋ ਉਹਨਾਂ ਨੇ ਪਿੰਡੇ ਦੇ ਉੱਤੇ ਕੁਝ ਨਹੀਂ ਪਾਇਆ ਹੁੰਦਾ, ਉੱਪਰ ਕੁਝ ਨਹੀਂ ਪਾਉਂਦੇ, ਉਹ ਸਿਰਫ ਧੋਤੀ ਧਾਰਨ ਕੀਤੀ ਹੁੰਦੀ ਹੈ, ਜਾਂ ਕਿਤੇ ਸਿਰ ਦੇ ਉੱਤੇ ਕੱਪੜਾ ਰੱਖ ਲੈਣਗੇ। ਇੱਥੇ ਥੋੜ੍ਹਾ ਜਿਹਾ ਕਲਚਰ ਚੇਂਜ ਹੋ ਗਿਆ ਕਿਉਂਕਿ ਇੱਥੇ ਦੂਜੀਆਂ ਚੀਜ਼ਾਂ ਦਾ ਜ਼ਿਆਦਾ ਪ੍ਰਭਾਵ ਆ ਗਿਆ, ਪਰ ਵੱਡੀਆਂ ਜੱਗਾਂ ਦੇ ਵਿੱਚ ਤੁਸੀਂ ਵੇਖੋਗੇ ਉਹ ਨਹੀਂ ਕੁਝ ਪਾਉਣਗੇ। ਸੀਤੇ ਹੋਏ ਕੱਪੜੇ ਨੂੰ ਪਾ ਕੇ ਪੂਜਾ ਦਾ ਵਿਧਾਨ ਨਹੀਂ ਸੀ। ਮਹਾਰਾਜ ਨੇ ਸਾਨੂੰ ਇਸ ਦੇ ਵਿੱਚੋਂ ਕੱਢਿਆ ਵੀ ਤੁਸੀਂ ਕੱਪੜੇ ਦਾ ਵਹਿਮ ਰੱਖ ਕੇ ਪੂਜਾ ਨਾ ਕਰੋ, ਕਿਸੇ ਵੀ ਤਰੀਕੇ ਦੇ ਕੱਪੜੇ ਪਾ ਕੇ ਪੂਜਾ ਕੀਤੀ ਜਾ ਸਕਦੀ ਹੈ। ਦੂਸਰੇ ਨੰਬਰ ਦੇ ਉੱਤੇ ਘੋੜ ਸਵਾਰੀ ਜਿਹਨੇ ਕਰਨੀ ਹੋਵੇ ਨਾ, ਉਹਦੇ ਲਈ ਇਸੇ ਸਟਾਈਲ ਦੇ ਕੱਪੜੇ ਹੀ ਚੱਲਣਗੇ। ਆਪਾਂ ਹੁਣ ਵੀ ਵੇਖੋ ਨਾ, ਇਹ ਨਹੀਂ ਵੀ ਮੈਂ ਕਿਸੇ ਕੱਪੜੇ ਨੂੰ ਬੁਰਾ ਕਹਿਣਾ ਹਾਂ, ਕਲਚਰ ਦੀਆਂ ਗੱਲਾਂ ਨੇ, ਮੁਬਾਰਕ ਹੈ ਜਿਨ੍ਹਾਂ ਦਾ ਹੈ, ਪਰ ਜਿਹੜੇ ਬੰਦੇ ਨੇ ਘੋੜ ਸਵਾਰੀ ਕਰਨੀ ਹੈ ਜਾਂ ਦੌੜ ਭੱਜ ਕਰਨੀ ਹੈ, ਐਥਲੀਟ ਬੰਦਾ ਹੈ ਜਿਹੜਾ, ਉਹ ਹੁਣ ਤੁਸੀਂ ਵੇਖੋ ਧੋਤੀ ਪਾ ਕੇ ਥੋੜ੍ਹਾ ਦੌੜਿਆ ਜਾ ਸਕਦਾ। ਧੋਤੀ ਪਾ ਕੇ ਕੀ ਦੌੜੇਗਾ? ਉਹਨੂੰ ਫਿਰ ਧੋਤੀ ਟੰਗਣੀ ਪੈਂਦੀ ਹੈ ਨਾ ਪਹਿਲਾਂ। ਮੈਂ ਉਹਨੂੰ ਬੁਰਾ ਨਹੀਂ ਕਹਿੰਦਾ ਵੀ ਕੀ ਧੋਤੀ ਚੰਗੀ ਹੈ ਜਾਂ ਬੁਰੀ, ਉਹਨਾਂ ਦੇ ਮੁਬਾਰਕ ਹੈ। ਚਾਦਰੇ ਸਾਡੇ ਪੰਜਾਬ ਦੇ ਵਿੱਚ ਵੀ ਲੱਗਦੇ ਰਹੇ ਨੇ, ਬਜ਼ੁਰਗ ਲਾਉਂਦੇ ਰਹੇ ਨੇ। ਪਜਾਮੀਆਂ ਪੈਂਟਾਂ ਦੀ ਤਾਂ ਗੱਲ ਹੋਣ ਆਉਣੀ ਸ਼ੁਰੂ ਹੋਈ ਨਾ। ਪਾਉਣਾ ਚਾਹੀਦਾ ਨਹੀਂ ਪਾਉਣਾ ਚਾਹੀਦਾ ਉਹ ਅਲੱਗ ਚੈਪਟਰ ਹੈ, ਪਰ ਇਸ ਕਰਕੇ ਵੀ ਜਿੰਨੇ ਹੁਣ ਦੌੜਨਾ ਹੈ, ਦੌੜ ਭੱਜ ਕਰਨੀ ਹੈ, ਘੋੜ ਸਵਾਰੀ ਕਰਨੀ ਹੈ, ਉਹਨੂੰ ਕੱਪੜਾ ਵੀ ਤਾਂ ਉੱਦਾਂ ਦਾ ਚਾਹੀਦਾ ਸੀ ਨਾ ਵੀ ਭਾਈ ਜਿਹਦੇ ਨਾਲ ਉਹ ਪਾ ਕੇ ਤੇ ਕੰਫਰਟੇਬਲ ਰਵੇ। ਇਸ ਕਰਕੇ ਸਾਨੂੰ ਕਛਹਿਰਾ ਬਖਸ਼ਿਆ ਵੀ ਅਸੀਂ ਸੀਤਾ ਹੋਇਆ ਕੱਪੜਾ ਪਾ ਕੇ, ਕਿਉਂਕਿ ਸੀਣ ਤੋਂ ਬਿਨਾਂ ਇਹ ਬਣਦਾ ਹੀ ਨਹੀਂ, ਸੀਤਾ ਹੋਇਆ ਕੱਪੜਾ ਪਾ ਕੇ ਤੇ ਅਸੀਂ ਜਿਹੜਾ ਹੈ ਉਹ ਕਿਸੇ ਵੀ ਥਾਂ ਦੇ ਉੱਤੇ ਵਿਚਰ ਸਕਦੇ ਹਾਂ। ਪੂਜਾ ਲਈ ਵੀ ਸਾਡਾ ਉਹੀ ਕੱਪੜਾ ਹੈ ਤੇ ਪੂਜਾ ਤੋਂ ਬਿਨਾਂ ਆਮ ਹਾਲਤ ਦੇ ਵਿੱਚ ਵੀ। ਇਹ ਜਿਹੜੇ 5 ਕਕਾਰ ਨੇ, ਸੰਖੇਪ ਜਿਹੇ ਰੂਪ ਦੇ ਵਿੱਚ ਮੈਂ ਆਪ ਜੀ ਦੇ ਅੱਗੇ ਬੇਨਤੀ ਕੀਤੀ ਹੈ। ਇਹਨਾਂ 5 ਕਕਾਰਾਂ ਦੇ ਅਸੀਂ ਧਾਰਨੀ ਹੋਣਾ ਹੈ, ਇਹਨੂੰ ਸੰਭਾਲਣਾ ਹੈ, ਪ੍ਰੈਕਟਿਸ ਕਰਨੀ ਹੈ ਇਹਨਾਂ ਦੀ। ਛੋਟੇ ਬੱਚਿਆਂ ਤੋਂ ਹੀ ਇਹਦੀ ਪ੍ਰੈਕਟਿਸ ਕਰਵਾ ਦਈਏ। ਕਿਸੇ ਵੀ ਤਰੀਕੇ ਦੀ ਕੋਈ ਮੁਸ਼ਕਲ ਆਵੇ, ਅਸੀਂ ਆਪਣੇ ਤੋਂ ਵੱਡਿਆਂ ਨੂੰ ਪੁੱਛ ਲਈਏ, ਦੂਸਰਿਆਂ ਨੂੰ ਪੁੱਛ ਲਈਏ। ਇਹਨਾਂ ਨੂੰ ਸੰਭਾਲਣਾ ਜ਼ਰੂਰ ਹੈ। ਮਹਾਰਾਜ ਮਿਹਰ ਕਰੇ ਕੋਈ ਵੀ ਕਿਸੇ ਵੀ ਤਰੀਕੇ ਦਾ ਆਪ ਜੀ ਦਾ ਕਕਾਰਾਂ ਦੇ ਸੰਬੰਧੀ ਸਵਾਲ ਹੋਵੇ ਤੇ ਆਪਾਂ ਵਿਚਾਰਾਂਗੇ। ਕੱਲ੍ਹ ਅਸੀਂ ਜੋ ਹੈ ਉਹ 4 ਬਜਰ ਕ੍ਰੈਤਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਮੇਰੇ ਪਾਸੋਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਦੇ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।